ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਦੀਆਂ ਚੋਣਾਂ ਦੇ ਵਿੱਚ ਇੱਕ ਗੱਲ ਬੜੀ ਪੱਕੀ ਹੋਈ ਹੈ ਕਿ ਸਿਸਟਮ ਨੂੰ ਬਦਲ ਦੇਣਾ, ਬਦਲਾਅ ਚਾਹੁੰਦੇ ਹਾਂ ਅਸੀਂ, ਸਿਸਟਮ ਨੂੰ ਚੇਂਜ ਕਰ ਦੇਣਾ। ਤੇ ਸਿਸਟਮ ਨੂੰ ਚੇਂਜ ਕਰਨ ਦੀ ਗੱਲ ਕੌਣ ਕਰ ਰਹੇ ਨੇ? ਜਿਨ੍ਹਾਂ ਨੇ ਖੁਦ ਇਹ ਸਿਸਟਮ ਬਣਾਇਆ ਹੈ, ਜਿਨ੍ਹਾਂ ਨੇ ਸਾਰੇ ਸਮਾਜ ਦਾ ਸਿਆਸੀਕਰਨ ਕਰਕੇ ਰੱਖ ਦਿੱਤਾ ਹੈ, ਜਿਨ੍ਹਾਂ ਨੇ ਸਾਰੀ ਐਡਮਿਨਿਸਟ੍ਰੇਸ਼ਨ ਦਾ ਸਿਆਸੀਕਰਨ ਕਰਕੇ ਰੱਖ ਦਿੱਤਾ ਹੈ ਤੇ ਆਪਣੇ ਸਿਆਸਤ ਦੇ ਮੁੱਦਿਆਂ ਲਈ, ਆਪਣੀ ਸਿਆਸੀ ਸਹੂਲਤ ਲਈ ਸਾਰੇ ਸਿਸਟਮ ਨੂੰ ਆਪਣੀ ਮਰਜ਼ੀ ਦੇ ਮੁਤਾਬਿਕ ਇਸਤੇਮਾਲ ਕਰਦੇ ਨੇ। ਤੁਹਾਡਾ ਬਹੁਤ-ਬਹੁਤ ਸਵਾਗਤ ਪੰਜਾਬ ਚਰਚਾ ਦੇ ਵਿੱਚ। ਮੈਂ ਸੰਜੀਵ ਯਸ਼ ਖੰਨਾ ਲੈ ਕੇ ਹਾਜ਼ਰ ਪੰਜਾਬ ਚਰਚਾ। ਅੱਜ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਸ਼੍ਰੀ ਸਤੀਸ਼ ਖੋਸਲਾ ਜੀ, ਪੋਲੀਟੀਕਲ ਐਨਾਲਿਸਟ। ਵੈਲਕਮ ਟੂ ਦ ਸ਼ੋ ਸਰ। ਥੈਂਕ ਯੂ ਸਰ। ਸਿਸਟਮ ਨੂੰ ਚੇਂਜ ਕਰਨਾ ਹੈ, ਸਿਸਟਮ ਦੇ ਵਿੱਚ ਬਦਲਾਅ ਲੈ ਕੇ ਆਉਣਾ ਹੈ। ਇਹਦੀ ਗੱਲ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਕਰਦੀ ਆ, ਇਹਦੀ ਗੱਲ ਸੰਯੁਕਤ ਸਮਾਜ ਮੋਰਚਾ ਵੀ ਕਰਦਾ। ਹੁਣ ਆਮ ਆਦਮੀ ਪਾਰਟੀ ਨਿਕਲੀ ਹੈ ਇੱਕ ਅੰਦੋਲਨ ਚੋਂ, ਲੋਕਪਾਲ ਬਿੱਲ ਯਾਨੀ ਕਿ ਐਂਟੀ ਕਰਪਸ਼ਨ। ਤੇ ਜਦੋਂ ਖੁਦ ਹੀ ਇਹ ਨਾਅਰੇ ਦਿੰਦੇ ਨੇ, ਜੋ ਲੋਕ ਲੁਭਾਊ ਨਾਅਰੇ ਨੇ ਕਿ ਅਸੀਂ 1000 ਰੁਪਇਆ ਦੇਵਾਂਗੇ, ਕਿਤੇ ਤਿਰੰਗਾ ਯਾਤਰਾ ਕੱਢਦੇ ਨੇ, ਕਿਤੇ ਸ਼ਾਂਤੀ ਯਾਤਰਾ ਕੱਢਦੇ ਨੇ। ਹਾਲਾਂਕਿ ਪੰਜਾਬ ਦੇ ਲੋਕਾਂ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਸਭ ਤੋਂ ਜ਼ਿਆਦਾ ਸ਼ਹੀਦੀਆਂ, ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਹੀ ਦਿੱਤੀਆਂ ਨੇ। ਭਾਵੇਂ ਉਹ ਆਜ਼ਾਦੀ ਦੀ ਲੜਾਈ ਹੋਵੇ, ਭਾਵੇਂ ਕੋਈ ਹੋਰ ਮੋਰਚਾ ਹੋਵੇ। ਤੇ ਇਹ ਕਿਸਾਨੀ ਮੋਰਚਾ ਵੀ ਪੰਜਾਬ ਦੀ ਧਰਤੀ ਤੋਂ ਹੀ ਸਭ ਤੋਂ ਪਹਿਲਾਂ ਨਿਕਲਿਆ। ਤੇ ਦੂਜੀ ਗੱਲ, ਜਿਹੜੇ ਇਹ 1000 ਰੁਪਇਆ ਦੇਵਾਂਗੇ ਜਾਂ ਹੋਰ ਫ੍ਰੀ ਬੀਜ਼ ਪੋਲਿਟਿਕਸ ਕਰਦੇ ਨੇ, ਇਹ ਵੀ ਤੇ ਸਿਆਸੀ ਭ੍ਰਿਸ਼ਟਾਚਾਰ ਹੈ। ਤੇ ਫਿਰ ਇਹ ਕਿਹੜੇ ਸਿਸਟਮ ਨੂੰ ਬਦਲਣ ਦੀ ਗੱਲ ਕਰ ਰਹੇ ਨੇ? ਆਮ ਆਦਮੀ ਪਾਰਟੀ। ਉਸ ਤੋਂ ਬਾਅਦ ਆਪਾਂ ਸੰਯੁਕਤ ਸਮਾਜ ਮੋਰਚਾ ਦੀ ਗੱਲ ਕਰਦੇ ਹਾਂ। ਦਰਅਸਲ ਜਦੋਂ ਪੋਲੀਟੀਕਲ ਪਾਰਟੀਆਂ ਇਲੈਕਸ਼ਨ ਵੇਲੇ ਇਹ ਗੱਲ ਕਰਦੀਆਂ ਕਿ ਅਸੀਂ ਸਿਸਟਮ ਨੂੰ ਚੇਂਜ ਕਰਨਾ ਜੀ, ਜਰਾ ਕਿ ਅਸੀਂ ਸਮਝ ਲਈਏ ਕਿ ਕਿਹੜੇ ਸਿਸਟਮ ਨੂੰ ਚੇਂਜ ਕਰਨਾ। ਅਸੀਂ ਕਿਹੜੇ ਸਿਸਟਮ ਵਿੱਚ ਰਹਿ ਰਹੇ? ਸਿਸਟਮ ਕੀ ਆ? ਪੋਲੀਟੀਕਲ ਸਿਸਟਮ, ਇਕਨੋਮਿਕ ਸਿਸਟਮ, ਸੋਸ਼ਲ ਸਿਸਟਮ। There are number of systems ਜਿਹਨੂੰ ਅਸੀਂ ਇਹ ਪਤਾ ਨਹੀਂ, ਇਹ ਜਿਸ ਤਰ੍ਹਾਂ ਇਹ ਬਿਆਨਬਾਜ਼ੀ ਕਰਦੇ ਆ, ਮੀਡੀਆ ਚੁੱਕਦਾ ਖਬਰਾਂ, ਕਿਹੜੇ ਸਿਸਟਮ ਨੂੰ ਚੇਂਜ ਕਰਨਾ। ਦਰਅਸਲ ਇਕਨੋਮਿਕ ਸਿਸਟਮ, ਜਿਹੜਾ ਇਕਨੋਮਿਕ ਸਿਸਟਮ ਆ, ਉਹਦੇ ਥੱਲੇ ਸਾਰੇ ਇਹ ਆਉਂਦੇ। ਪੋਲੀਟੀਕਲ ਸਿਸਟਮ ਉਹਦੇ ਥੱਲੇ ਆਉਂਦਾ, ਸੋਸ਼ਲ ਸਿਸਟਮ ਵੀ ਉਹਦੇ ਥੱਲੇ ਆਉਂਦਾ ਆ, ਕਲਚਰਲ ਸਿਸਟਮ ਵੀ ਉਹਦੇ ਥੱਲੇ ਆਉਂਦਾ ਆ। ਜੇ ਸਾਡੀ ਇਕੋਨਮੀ, ਜਿਹਨੂੰ ਅਸੀਂ ਸਿਸਟਮ ਦੇ ਤੌਰ ਤੇ ਇਹ ਪੋਲੀਟੀਕਲ ਪਾਰਟੀਆਂ ਹੁਣ ਵਰਤ ਰਹੀਆਂ ਆ, ਉਹਨਾਂ ਨੂੰ ਪਹਿਲਾਂ ਸਮਝ ਲੈਣਾ ਚਾਹੀਦਾ ਇਸ ਗੱਲ ਨੂੰ। ਜਾਂ ਸਿਸਟਮ ਦੀ ਗੱਲ ਕਰਦੀਆਂ ਆ, ਮੈਂ ਵੀ ਉਸੇ ਚੀਜ਼ ਤੇ ਕਿ ਸਿਸਟਮ ਤਾਂ ਸਾਡਾ ਕੈਪੀਟਲਿਸਟ ਸਿਸਟਮ ਹੈ। ਇਸ ਵੇਲੇ ਦੁਨੀਆ ਭਰ ਦੇ ਵਿੱਚ ਦੋ ਸਿਸਟਮ ਚੱਲਦੇ ਆ। ਇੱਕ ਨੋਰਮਲੀ, ਬਾਕੀ ਤਾਂ ਮਿਕਸਡ ਇਕੋਨਮੀ ਦਾ ਵੀ ਹੈਗਾ। ਕਿਤੇ ਕਿਤੇ ਸਾਡੇ ਵੀ ਥੋੜਾ ਟਾਈਮ ਮਿਕਸਡ ਇਕੋਨਮੀ ਦਾ ਆਜ਼ਾਦੀ ਤੋਂ ਬਾਅਦ ਰਿਹਾ। ਪਰ ਅਸੀਂ ਜੇ ਇਕਨੋਮਿਕ ਸਿਸਟਮ ਦੀ ਗੱਲ ਕਰੀਏ, ਜਿਹੜੀ ਇਹਨਾਂ ਦੀ ਗੱਲ ਕਰੀਏ, ਕੀ ਇਕਨੋਮਿਕ ਸਿਸਟਮ ਨੂੰ ਜਿਹੜਾ ਕੈਪੀਟਲਿਸਟ ਸਿਸਟਮ ਹੈ ਉਹਨੂੰ ਚੇਂਜ ਕਰਨ ਦੀ ਗੱਲ ਕਰ ਰਹੇ, ਜਾਂ ਕਿਸੇ ਹੋਰ ਸਿਸਟਮ ਦੀ ਗੱਲ ਕਰ ਰਹੇ ਆ ਜਿਹੜਾ ਸਾਡੀ ਸਮਝ ਦੇ ਵਿੱਚ ਨਹੀਂ ਆਉਂਦਾ ਹੈਗਾ। ਦਰਅਸਲ ਇਹਨਾਂ ਨੂੰ ਕਲੀਅਰ ਤਾਂ ਕਰ ਲੈਣ ਜਿਹੜਾ ਕਿਸ ਸਿਸਟਮ ਨੂੰ ਚੇਂਜ ਕਰਨ ਦੀ ਗੱਲ ਕਰਦੇ, ਜਿਹੜਾ ਹਰ ਰੋਜ਼ ਸਾਡਾ ਮੀਡੀਆ ਜਾਂ ਸਾਡੇ ਇਲੈਕਟ੍ਰੋਨਿਕ ਮੀਡੀਆ ਜਾਂ ਦੂਜੇ ਤੀਜੇ ਖਬਰਾਂ ਆਉਂਦੀਆਂ ਆ ਕਿ ਅਸੀਂ ਸਿਸਟਮ ਨੂੰ ਚੇਂਜ ਕਰਨਾ ਹੈ। ਵਟ ਕਾਈਂਡ ਆਫ ਸਿਸਟਮ ਦੇ ਵਾਂਟ ਟੂ ਬ੍ਰਿੰਗ, ਕਿਹੜਾ ਇਹਨੂੰ ਚੇਂਜ ਕਰਨਾ, ਕਿਹੜਾ ਸਿਸਟਮ ਲਿਆਉਣਾ? ਅਸੀਂ ਸੋਸ਼ਲਿਸਟਿਕ ਪੈਟਰਨ ਆਫ ਸੋਸਾਇਟੀ ਲਿਆਉਣੀ ਆ, ਜਿਹੜਾ ਇੱਕ ਸਿਸਟਮ ਆ ਜਿਹੜਾ ਸ਼ੁਰੂ ਦੇ ਵਿੱਚ ਕਾਂਗਰਸ ਪਾਰਟੀ ਨੇ 55 ਦੇ ਵਿੱਚ ਅਵਧੀ ਸੈਸ਼ਨ ਦੇ ਵਿੱਚ ਲਿਆਂਦਾ ਸੀਗਾ। ਸੋਸ਼ਲਿਸਟਿਕ ਪੈਟਰਨ ਸਿਸਟਮ ਹੈ, ਪਰ ਅੱਜ ਤਾਂ ਉਹ ਫੇਲ ਹੋ ਗਿਆ। ਸਾਰੇ ਹਿੰਦੁਸਤਾਨ ਦੇ ਵਿੱਚ ਅੱਜ ਫੇਲ ਹੋ ਚੁੱਕਾ ਉਹ ਸਿਸਟਮ, ਕਿਉਂਕਿ ਉਸ ਵੇਲੇ ਦੇ ਹਿਸਾਬ ਦੇ ਨਾਲ ਬੜਾ ਪਬਲਿਕ ਸੈਕਟਰ ਪ੍ਰਾਈਵੇਟ ਸੈਕਟਰ ਨੂੰ ਪਹਿਲਾਂ ਮਿਕਸਡ ਇਕੋਨਮੀ ਦੇ ਵਿੱਚ ਕਨਵਰਟ ਕੀਤਾ। ਉਹਦੇ ਬਾਅਦ ਪਬਲਿਕ ਸੈਕਟਰ ਵੱਧਦਾ ਰਿਹਾ, ਫਿਰ ਪਬਲਿਕ ਸੈਕਟਰ ਹੁਣ ਤੁਸੀਂ ਆਪਾਂ ਦੇਖਦੇ ਹਾਂ 90-91 ਤੋਂ ਬਾਅਦ 30 ਸਾਲ ਤਕਰੀਬਨ ਹੋ ਗਏ ਆ, ਜਿਹਦੇ ਵਿੱਚ ਕੈਪੀਟਲਿਸਟ ਸਿਸਟਮ ਚੱਲ ਰਿਹਾ ਹੈ ਸਾਡੇ ਉੱਤੇ। ਹਰ ਧੜਾ-ਧੜ, ਹਰ ਚੀਜ਼ ਦੇ ਲਈ ਅਸੀਂ ਪ੍ਰਾਈਵੇਟਾਈਜੇਸ਼ਨ ਦੇ ਉੱਤੇ ਹਾਂ, ਪ੍ਰਾਈਵੇਟ ਸਿਸਟਮ ਹੈ ਸਾਡੇ ਉੱਤੇ। ਕੀ ਇਸ ਸਿਸਟਮ ਨੂੰ ਸਾਡੀਆਂ ਪੋਲੀਟੀਕਲ ਪਾਰਟੀਆਂ ਚੇਂਜ ਕਰਨਾ ਚਾਹੁੰਦੀਆਂ, ਜਿਹੜੀਆਂ ਐਕਚੁਅਲੀ ਭਾਗੀਵਾਲ ਰਹੀਆਂ ਆ ਸਾਰੀਆਂ ਹੀ? ਚਾਹੇ ਉਹ ਕਾਂਗਰਸ ਤੋਂ ਹੀ ਸ਼ੁਰੂ ਹੋਇਆ, ਮਨਮੋਹਨ ਸਿੰਘ ਦੀਆਂ ਪਾਲਿਸੀਆਂ ਤੇ ਨਸ਼ਮਾ ਦੀਆਂ ਪਾਲਿਸੀਆਂ, ਜਿਹੜੇ ਇਕਨੋਮਿਕ ਸਿਸਟਮ ਨੂੰ ਸਾਡੇ ਉੱਤੇ ਥੋਪਿਆ, ਉਹ ਲਿਆਂਦਾ। ਔਰ ਹੁਣ 31 ਉਹਨਾਂ ਨੇ ਤਾਂ ਲਿਆਂਦਾ। ਜਿਹੜੀ ਹੁਣ NDA ਸਰਕਾਰ ਆ, ਜਿਹੜੀ ਇਸ ਵੇਲੇ ਦੀ ਸਰਕਾਰ ਆ, ਇਹਨੇ ਤਾਂ ਬਲਦੀ ਤੇ ਤੇਲ ਪਾ ਦਿੱਤਾ। ਜਿਹੜਾ ਬਲਦੀ ਤੇ ਤੇਲ ਪਾਤਾ, ਅੱਜ ਹਰ ਚੀਜ਼ ਨੂੰ ਪ੍ਰਾਈਵੇਟਾਈਜੇਸ਼ਨ ਕਰਕੇ, ਜਿਹੜਾ ਉਸ ਸਿਸਟਮ ਦੇ ਤਹਿਤ ਆਉਂਦਾ, ਜਿਹਦੀ ਇਹ ਗੱਲ ਕਰ ਰਹੇ ਆ, ਇਕਨੋਮਿਕ ਸਿਸਟਮ ਦੇ ਤਹਿਤ ਆਉਂਦਾ ਜਾਂ ਕੈਪੀਟਲਿਸਟ ਸਿਸਟਮ ਦੇ ਤਹਿਤ ਆਉਂਦਾ ਆ, ਉਹਨੂੰ ਤਾਂ ਅੱਜ ਵੇਚਣ ਤੇ ਖੜੇ ਹੈਗੇ। ਸਾਰਾ ਹਿੰਦੁਸਤਾਨ ਅੱਜ ਆਪਾਂ ਦੇਖੀਏ ਸਾਰਾ ਕੁਛ ਹੀ,
जिस सिस्टम की गल ये पोलीटिकल पार्टियां करदियां, अज कैपिटलिस्ट सिस्टम के थले हिंदुस्तान इज इन बंपर सेल। ਸਾਨੂੰ ਤਾਂ ਗਾਹਕ ਚਾਹੀਦੇ ਅੱਜ ਲੱਭਣ ਵਾਲੇ ਵੀ ਇਸ ਤਾਂ ਸੇਲ ਆ ਸਾਡਾ, ਚਾਹੇ ਉਹ ਹਵਾਈ ਜਹਾਜ਼ਾਂ ਦਾ ਹੁਣ 에ਅਰ ਇੰਡੀਆ ਵਿਕ ਗਿਆ ਹੈਗਾ ਆ, ਜਾਂ ਰੇਲਵੇ ਵਿਕਣ ਤੇ ਖੜੀ ਹੈਗੀ ਆ, ਜਾਂ ਵੀ ਤੇਲ ਦੀਆਂ ਕੰਪਨੀਆਂ ਖੜੀਆਂ, ਹਰ ਚੀਜ਼ ਅੱਜ ਸਿਸਟਮ, ਉਸ ਸਿਸਟਮ ਦੀ ਕੀ ਇਸ ਸਿਸਟਮ ਨੂੰ ਚੇਂਜ ਕਰਨਾ ਚਾਹੁੰਦੇ ਆ? ਜਰਾ ਕਿ ਇਹਨਾਂ ਨੂੰ ਕਲੀਅਰ ਕੱਟ ਕਰਨੀ ਚਾਹੀਦੀ ਆ ਗੱਲ, ਕਿਹੜਾ ਸਿਸਟਮ ਚੇਂਜ ਕਰਨਾ, ਕਿਹੜੇ ਦੇ ਵਿੱਚ ਅਸੀਂ ਰਹਿ ਰਹੇ ਹਾਂ, ਕਿਹੜਾ ਲਿਆਉਣਾ ਹੈ। ਦਰਅਸਲ ਮੇਰੀ ਸਬਮਿਸ਼ਨ ਤਾਂ ਇਹ ਆ ਵੀ ਇਹਨਾਂ ਨੂੰ ਥੋੜਾ ਜਿਹਾ ਕਨਸੈਪਟ ਆਪਣਾ ਕਲੀਅਰ ਕਰ ਦੇਣਾ ਚਾਹੀਦਾ, ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਨਾ ਰੱਖਣ। ਇਸ ਵੇਲੇ ਲੋਕ ਤਾਂ ਇਸ ਵੇਲੇ ਇਸ ਸਿਸਟਮ ਤੋਂ ਤੰਗ ਨੇ, ਲੋਕ ਇਹਦਾ ਬਦਲ ਚਾਹੁੰਦੇ ਆ। ਚਾਹੇ ਕੋਈ ਚੀਜ਼ ਕਿਸੇ ਤਰ੍ਹਾਂ ਦੀ ਸਰਕਾਰ ਹੈਗੀ ਆ, ਇਸ ਚੀਜ਼ ਦੀ ਨਹੀਂ ਕਿ ਯੂਪੀ ਦੀ ਸਰਕਾਰ ਆ ਜਾਂ ਇੰਡੀਆ ਦੀ ਸਰਕਾਰ ਆ ਜਾਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆ ਜਾਂ ਅਕਾਲੀ ਆ ਜਾਂ ਕੋਈ ਪਾਰਟੀ ਵੀ ਹੈਗੀ ਆ, ਲੋਕ ਤਾਂ ਅੱਜ ਇੰਨੇ ਇਸ ਸਿਸਟਮ ਤੋਂ ਦੁਖੀ ਹੋਏ ਪਏ ਆ। ਚਾਹੇ ਇਸ ਸਿਸਟਮ ਨੇ ਇਹਦੀ ਜਿਹੜੀ ਪ੍ਰੋਡਕਟ ਆ, ਇਹਦੀ ਸਿਸਟਮ ਆ, ਭੁੱਖਮਰੀ ਸਾਡੇ ਮੁਲਕ ਦੇ ਵਿੱਚ ਸਭ ਨਾਲੋਂ ਜ਼ਿਆਦਾ, ਬੇਰੁਜ਼ਗਾਰੀ ਸਾਡੇ ਮੁਲਕ ਦੇ ਵਿੱਚ ਸਭ ਨਾਲੋਂ ਜ਼ਿਆਦਾ, ਔਰ ਗਰੀਬੀ ਸਾਡੇ ਦੇਸ਼ ਦੇ ਵਿੱਚ ਹੈ। ਅੱਜ ਭੁੱਖ ਨਾਲ ਲੋਕ ਮਰ ਰਹੇ ਆ ਇਸ ਸਿਸਟਮ ਦੇ ਤਹਿਤ। ਕੀ ਇਸ ਨੂੰ ਬਦਲਣਾ ਚਾਹੁੰਦੇ? ਦਰਅਸਲ ਮੈਂ ਆਈ ਡੋਂਟ ਵਾਂਟ ਟੂ ਗੋ ਇਨਟੂ ਮਚ ਡਿਟੇਲਸ, ਮੈਂ ਤੁਹਾਡੇ ਸਵਾਲ ਦਾ ਇੰਨਾ ਕੁ ਜਵਾਬ ਦਿੰਦਾ ਕਿ ਕਿਹੜਾ ਸਿਸਟਮ ਇਹ ਬਦਲਣਾ ਚਾਹੁੰਦੇ ਆ ਤੇ ਕਿਹੜਾ ਲਿਆਉਣਾ ਚਾਹੁੰਦੇ ਆ। ਦਰਅਸਲ ਲੋਕਾਂ ਨੂੰ ਦੱਸਣ ਤਾਂ ਸਹੀ। एक्चुअली जी ये एक्चुअली खुद क्लीयर नहीं है अपने सिस्टम ਨੂੰ ਲੈ ਕੇ, ਤੇ ਆਮ ਆਦਮੀ ਪਾਰਟੀ ਇਹ ਬਦਲ ਦੇ ਸਕਦੀ ਹੈ ਜਾਂ ਸੰਯੁਕਤ ਸਮਾਜ ਮੋਰਚਾ ਇਹ ਬਦਲ ਦੇ ਸਕਦਾ? ਹਾਲਾਂਕਿ ਸੰਯੁਕਤ ਸਮਾਜ ਮੋਰਚਾ ਹਲੇ ਖੁਦ ਵੀ ਪੱਕੇ ਪੈਰੀ ਨਹੀਂ ਹੈ। ਜਦ ਤੁਸੀਂ ਆਮ ਆਦਮੀ ਦੀ ਪਾਰਟੀ ਦੀ ਗੱਲ ਕਰਦੇ ਆ, ਦੇਖੋ ਉਹ ਇੱਕ ਹਾਫ ਸਟੇਟ ਦੇ ਵਿੱਚ ਆ। ਦਿੱਲੀ ਇਜ਼ ਨਾਟ ਅ ਫੁੱਲ ਫਲੈਜਡ ਸਟੇਟ। ਉਹ ਉੱਥੇ ਰੂਲ ਕਰਦੇ ਆ, ਉਹਨਾਂ ਨੇ ਉੱਥੇ, ਇਹ 'ਚ ਕੋਈ ਸ਼ੱਕ ਨਹੀਂ, ਉਹਨਾਂ ਨੇ ਥੋੜੇ ਬਹੁਤ ਫੈਸਿਲਿਟੀਜ਼ ਲੋਕਾਂ ਨੂੰ ਦਿੱਤੀਆਂ, ਪਰ ਉਹ ਕਿਸੇ ਸਿਸਟਮ ਦੇ ਤਹਿਤ ਨਹੀਂ ਹੈਗੀਆਂ। ਉਹਨਾਂ ਦੀ ਕੋਈ ਇਕਨੋਮਿਕ ਪਾਲਿਸੀ ਨਹੀਂ ਹੈਗੀ, ਉਹਨਾਂ ਦੀ ਕੋਈ ਫੋਰਨ ਪਾਲਿਸੀ ਨਹੀਂ ਹੈਗੀ ਜਿਹਦੇ ਤਹਿਤ ਉਹ ਕੰਮ ਕਰ ਰਹੇ ਆ। ਇੱਕ ਜੇ ਮੈਂ ਉਹਨੂੰ ਛੋਟੀ ਜਿਹੀ ਗੱਲ ਕਰਾਂ, ਦੇ ਆਰ ਵਰਕਿੰਗ ਜਸਟ ਲਾਈਕ RWA ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ। ਉਹ ਕੁਛ ਫੈਸਿਲਿਟੀਜ਼ ਦੇ ਦਿੰਦੇ ਲੋਕਾਂ ਨੂੰ, ਕੋਈ ਪਾਣੀ ਦੀ ਫੈਸਿਲਿਟੀ, ਕੋਈ ਬਿਜਲੀ ਦੀ ਫੈਸਿਲਿਟੀ ਜਾਂ ਕੋਈ ਹੋਰ ਚੀਜ਼ ਆ, ਉਹ ਕਿਸੇ ਪਾਲਿਸੀ ਦੇ ਤਹਿਤ ਨਹੀਂ ਆਉਂਦੀਆਂ ਹੈਗੀਆਂ। ਉਹ ਤਾਂ ਇੱਕ ਪੀਸ ਮੀਲ ਮੇਜਰ ਹੈਗਾ ਜਿਹੜੇ ਲੋਕਾਂ ਨੂੰ ਉਹ ਦਿੰਦੇ ਆ ਕਿ ਇੰਨਾ ਇਹ ਦੇ ਦਿਆਂਗੇ, ਉਹ ਦੇ ਦਿਆਂਗੇ। ਉਹ ਅਸਲ ਦੇ ਵਿੱਚ ਉੱਥੇ ਦਾ ਜਿਹੜਾ, ਹੁਣ ਅਸੀਂ ਦੂਜੀ ਗੱਲ ਉਹਦੇ ਨਾਲ ਦੀ ਕਰਦੇ ਆ, ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਕੀਤੀ ਆ, ਉਹ ਇੱਕ ਉੱਥੇ ਦਾ ਇੱਕ ਜਿਹੜਾ ਬਜਟ ਹੈਗਾ ਆ, ਬਜਟ ਇੱਕ ਉੱਥੇ ਦਾ ਸਾਡੇ ਨਾਲੋਂ, ਪੰਜਾਬ ਦੇ ਨਾਲੋਂ ਜਾਂ ਹੋਰ ਕਿਸੇ ਸਟੇਟ ਨਾਲੋਂ ਸੈਪਰੇਟ ਬਜਟ ਆ ਉੱਥੇ, ਕਿਉਂਕਿ ਹਾਫ ਸਟੇਟ ਆ, ਉਹ ਫੁੱਲ ਸਟੇਟ ਤਾਂ ਹੈ ਨਹੀਂ ਗੀ, ਜਿਹਦੇ ਵਿੱਚੋਂ ਉਹਨਾਂ ਨੂੰ ਪੈਸਾ ਬਚ ਰਹਿੰਦਾ ਆ ਤੇ ਉਹ ਉਹਦੇ ਨਾਲ ਥੋੜੀ ਬਹੁਤ ਫੈਸਿਲਿਟੀ ਦਿੰਦੇ। ਉਹ ਸਿਸਟਮ ਦੇ ਤਹਿਤ ਨਹੀਂ ਹੈਗੀਆਂ ਉਹ ਚੀਜ਼ਾਂ ਹੈਗੀਆਂ। ਇਸੇ ਤਰ੍ਹਾਂ ਸੰਯੁਕਤ ਜਿਹਦੀ ਗੱਲ ਕਰਦੇ ਆ ਆਪਾਂ, ਸੰਯੁਕਤ ਸਮਾਜ ਮੋਰਚੇ ਦੀ ਗੱਲ ਕਰਦੇ ਆ, ਉਹ ਤਾਂ ਅਜੇ ਹੁਣੇ ਆਇਆ ਹੀ ਆ, ਉਹਦੀ ਤਾਂ ਅਜੇ ਕੋਈ ਪਾਲਿਸੀ ਬਣੀ ਹੀ ਨਹੀਂ ਹੈਗੀ। ਜੇ ਕੋਈ, ਉਹ ਇੱਕ ਐਜੀਟੇਸ਼ਨ ਦੇ ਵਿੱਚੋਂ ਆਏ, ਐਜੀਟੇਸ਼ਨ ਦੇ ਵਿੱਚੋਂ ਨਿਕਲ ਕੇ ਆਏ ਆ। ਐਜੀਟੇਸ਼ਨ, ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਨੂੰ ਕਿ ਐਜੀਟੇਸ਼ਨ ਬੜੀ ਮਾਰਵਲਸ ਸੀ, ਪਰ ਇੱਕ ਇਸ਼ੂ ਸੀਗਾ ਐਜੂਕੇਸ਼ਨ ਦੇ ਵਿੱਚ, ਇੱਕ ਇਸ਼ੂ ਸੀਗਾ ਕਿ ਫਾਰਮਰਸ ਦੇ ਜਿਹੜੇ ਕਾਨੂੰਨ ਆ, ਜਿਹੜੇ ਡੈਰੋਗੇਟਰੀ ਕਾਨੂੰਨ ਆ ਜਾਂ ਕਾਰਪੋਰੇਟ ਪੱਖੀ ਕਾਨੂੰਨ ਹੈਗੇ ਆ, ਉਹਨਾਂ ਨੂੰ ਵਾਪਸ ਲਿਆ ਜਾਵੇ, ਜਾਂ ਉਹਦੇ ਨਾਲ ਹੋਰ ਫੈਸਿਲਿਟੀਜ਼ ਜਿਹੜੀਆਂ ਸੀਗੀਆਂ ਕਿਸਾਨੀ ਦੀ ਫੈਸਿਲਿਟੀਜ਼ ਜਿਹੜੀ ਸੀਗੀ, ਉਹਨੂੰ MSP ਦੇਣਾ, ਉਹਨੂੰ ਬਿਜਲੀ ਦੇ ਰੇਟ ਦੇਣੇ ਆ, ਜਾਂ ਹੋਰ ਇਸ ਤਰ੍ਹਾਂ ਦੇ ਇੱਕ ਇਸ਼ੂ ਸੀਗੇ ਜਿਨ੍ਹਾਂ ਦੇ ਉਹ ਪਹਿਰਾ ਦਿੰਦੇ ਆ, ਅਜੇ ਵੀ ਉਹ ਪਹਿਰਾ ਦਿੰਦੇ ਆ, ਪਰ ਉਹ ਕਿਸੇ ਪਾਲਿਸੀ ਦੇ ਤਹਿਤ ਨਹੀਂ ਆਏ, ਕਿਸੇ ਸਿਸਟਮ ਦੇ ਤਹਿਤ ਨਹੀਂ ਆਏ। ਉਹ ਸਿਸਟਮ ਨੂੰ ਬਦਲਣ ਦੀ ਤੇ ਗੱਲ ਨਹੀਂ ਕਰਦੇ ਹੈਗੇ, ਉਹ ਤਾਂ ਸਿਰਫ ਉਹਨਾਂ ਗੱਲਾਂ ਦੀ ਕਰਦੇ ਜਿਹੜਾ ਆਪਾਂ ਜਦ ਐਜੀਟੇਸ਼ਨ ਵੀ ਹੋਇਆ, ਜਦ ਆਪਾਂ ਉਹਨੂੰ ਦੇਖਦੇ ਹਾਂ, ਉਹਦੇ ਵਿੱਚ ਉਹੀ ਇਸ਼ੂ ਸੀਗੇ। ਉਹਨਾਂ ਵਿੱਚ ਈਵਨ ਲੇਬਰ ਦਾ ਇਸ਼ੂ ਨਹੀਂ ਸੀਗਾ, ਜਿਹੜਾ ਸਿਸਟਮ ਨੂੰ ਲੇਬਰ ਦਾ ਇੱਕ ਅਹਿਮ, ਕਿਸੇ ਵੀ ਸਿਸਟਮ ਦੇ ਵਿੱਚ, ਕਿਸੇ ਵਰਲਡ ਓਵਰ ਸਿਸਟਮ ਦੇ ਵਿੱਚ ਦੇਖੀਏ, ਜਦ ਚੇਂਜਸ ਆਈਆਂ ਕਿਸੇ ਮੁਲਕ ਦੇ ਵਿੱਚ, ਲੇਬਰ ਦਾ ਇੱਕ ਅਹਿਮ ਰੋਲ ਹੁੰਦਾ ਆ, ਪਰ ਉਸ ਸਿਸਟਮ ਦੇ ਵਿੱਚ ਲੇਬਰ ਨਹੀਂ ਆਈ ਹਜੇ। ਸਿਰਫ ਐਗਰੀਕਲਚਰ ਸੀਗੇ ਜਾਂ ਲੋਕ ਹੋਰ ਸੀਗੇ ਆਮ, ਉਹਨਾਂ ਦੇ ਇਸ਼ੂ ਨਹੀਂ ਸੀਗੇ। ਇਸ਼ੂ ਜਿਹੜੇ ਸੀਗੇ ਉਹ ਸਿਸਟਮ ਨੂੰ ਚੇਂਜ ਕਰਨ ਵਾਲੇ ਨਹੀਂ ਸੀਗੇ, ਉਹ ਕਿਸਾਨਾਂ ਨੂੰ ਫੈਸਿਲਿਟੀ ਦੇਣ ਦੇ ਸੀਗੇ। ਸੋ ਇਹ ਉਹੀ ਗੱਲ ਫੇਰ ਘੁੰਮ ਕੇ ਆਉਂਦੀ ਆ ਕਿ ਦੇ ਆਰ ਨਾਟ ਕਲੀਅਰ ਅਬਾਊਟ ਦਾ ਸਿਸਟਮ। मतलब ये है कि संयुक्त समाज मोर्चा खुद इस हालत में नहीं कि उस सिस्टम ਨੂੰ चेंज कर सके, हजे वो आप पक्के पैरी नहीं होया, ਤੇ ਆਮ ਆਦਮੀ ਪਾਰਟੀ ਸਿਸਟਮ ਨੂੰ ਚੇਂਜ ਨਹੀਂ ਕਰ ਸਕਦੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਇਹਦਾ ਵੀ ਬਿਹੇਵੀਅਰ ਉਸ ਤਰ੍ਹਾਂ ਦਾ ਹੀ ਹੋ ਗਿਆ ਜਿਸ ਤਰ੍ਹਾਂ ਦੇ ਰਿਵਾਇਤੀ ਪਾਰਟੀਆਂ ਬਿਹੇਵ ਕਰਦੀਆਂ ਨੇ, ਚਾਹੇ ਉਹ BJP ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਅਕਾਲੀਸ ਹੋਣ। ਸੋ
सिस्टम नू चेंज करने की गल फिर उत्थे ही खड़ी है कि किहड़ा सिस्टम चेंज करना है, किने सिस्टम चेंज करना है, एक्चुअली किहड़ा सिस्टम लियाउणा चाहुंदे ने। अगली गल करते हैं जी, कांग्रेस दे विच असीं देखदे सी पहलां 3 चेहरे सामने आ रहे सी जिन्हां नूं एज CM एक कंबाइंड पोस्टर के रूप दे विच उतारिया उन्होंने कांग्रेस की हाई कमांड ने। हुण सुनील जाखड़ साहब बिल्कुल सैपरेट हो गए ने, हुण 2 बंदे रह गए ने अपने कोल, चरणजीत सिंह चन्नी ते नाल नवजोत सिंह सिद्धू। दोवां दे वास्ते एक टैलीफोन भी लगा दिता गया कि जे पहला नंबर दबाउंदे हो तो इसदा मतलब CM चन्नी नूं तुसीं चाहुंदे हो एज PM एज CM फेस, ते जे तुसीं नवजोत सिद्धू नूं चाहुंदे हो तो 2 नंबर दबाओ, ते तीसरा नंबर दबाओ कि तुसीं चाहुंदे हो कि किसी भी फेस तो बिना कांग्रेस उतरे चोण खेतर दे विच, चोण दे मैदान दे विच। जाखड़ साहब बिल्कुल अलग हो गए हैं, हालांकि उन्होंने सारी गलबात होंदी है कि जो इंटरनल वोटिंग हुई तो जाखड़ साहब को सब तो वध वोटां मिलियां, तो उस तो बाद ये सवाल उठिया कि पंजाब दे विच एक सिख चेहरा ही CM दे वास्ते सामने आ सकता है, क्योंकि पंजाब दा ते सिख चेहरे का एक खास नाता है। हुण ये किहड़ी सोच है, एक किहड़ा परसैप्शन है, क्योंकि असीं तां ये मनदे हां कि जो बुनियादी मुद्दिआं नूं, लोकां दे मुद्दिआं नूं, स्टेट दे मुद्दिआं नूं एड्रैस करे, उन्हां दा हल लभे, जिहदे विच ओह काबलियत है, वही CM का फेस बन सकता है। व्हाट इज योर टेक सर? माई सबमिशन ये है, देखो पहला गल तो यह है भी फंडामेंटली गलत है ये गल, चाहे जेड़ी मर्जी, जो मेरी समझ है, मैं अपनी समझ दे गल करदा कि फंडामेंटली गलत हैगा ये कि किसी नूं CM का चेहरा या प्राइम मिनिस्टर का चेहरा मोहरे लोगों दे जाके रखना। ये तां तुसीं भी खन्ना साहब बहुत देर डील करते रहे हैं इन्हां इशूज़ नूं, असीं भी देखते रहे हैं। पहला किसी जमाना सीगा कदे नहीं सी इहो जिहा काम होंदा भी कि CM का चेहरा आवे या किसी मिनिस्टर का चेहरा आवे, कदे नहीं सी इहो जिहा। जदों MLA जां MPs जदों जित के आउंदे सीगे, जिहड़ी मेजोरिटी पार्टी हुंदी सीगी उहदे MP जां MLA बैठदे सीगे, ਉਹਦਾ ਲੀਡਰ ਚੁਣਿਆ ਜਾਂਦਾ ਸੀਗਾ, ਉਹ CM ਹੁੰਦਾ ਸੀਗਾ ਸਟੇਟ ਦਾ, ਕੋਈ ਠੀਕ ਨਹੀਂ ਸੀ। ਹੁਣ ਜਿਹੜਾ ਕਨਸੈਪਟ ਬਣ ਗਿਆ ਵੀ ਇਹਦੇ ਨਾਲ ਮੈਂ ਇਹ ਸਮਝਦਾ ਪਹਿਲੀ ਗੱਲ ਤਾਂ ਪਾਰਟੀ ਦੇ ਵਿੱਚ ਫੁੱਟ ਪੈਂਦੀ ਜੀ। ਮੈਂ ਜੇ ਹੁਣ ਸਪੋਜ਼ ਕਰੋ ਤੁਸੀਂ ਗੱਲ ਇਹਨਾਂ ਦੀ ਕੀਤੀ, ਕਾਂਗਰਸ ਪਾਰਟੀਆਂ ਦੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਹੈ ਜਾਂ ਇਹਦੀ ਚੰਨੀ ਦੀ ਕੀਤੀ ਹੈ ਜਾਂ ਜਾਖੜ ਸਾਹਿਬ ਤਾਂ ਆਊਟ ਹੋ ਗਏ, ਚਲੋ ਉਹਨਾਂ ਨੇ, ਪਰ ਉਹਨਾਂ ਨੇ ਆਪਣੀ ਗੱਲ ਕਹਿਤੀ ਹੈ ਤੇ ਮੈਂ ਵੀ, ਜੇ ਉਹਨਾਂ ਨੇ ਗੱਲ ਇਹ ਕਹਿਤੀ ਆ ਵੀ ਜੇ ਇਹ ਦੋਹਾਂ 'ਚ ਇਹਨੂੰ ਕੰਸੀਡਰ ਕਰਨਾ ਤਾਂ ਮੇਰੇ ਨਾਲ ਜੇ ਜ਼ਿਆਦਾ ਵੋਟਾਂ ਸੀ ਤਾਂ ਮੈਨੂੰ ਕਿਉਂ ਨਹੀਂ ਕੀਤਾ ਹੈ। ਉਹਨਾਂ ਨੇ ਇਹ ਵੀ ਗੱਲ ਕਹਿਤੀ ਆਪਣੀ, ਐਵੇਂ ਨਹੀਂ ਉਹ ਸਮਝ ਲਓ ਵੀ ਬਾਹਰ ਚਲੇ ਗਏ ਇਸ ਫੀਲਡ ਦੇ ਵਿੱਚ। 2 ਕੈਂਡੀਡੇਟ ਜੇ ਰਹਿ ਵੀ ਗਏ ਆ ਇਹਨਾਂ ਦੇ ਵਿੱਚ, ਦੇਖੋ ਆਪਾਂ ਪਿਛਲਾ 2-3 ਮਹੀਨਿਆਂ ਦਾ ਇਤਿਹਾਸ ਦੇਖੀਏ, ਜਦੋਂ ਤੋਂ ਚੰਨੀ ਸਾਹਿਬ ਚੀਫ ਮਿਨਿਸਟਰ ਬਣੇ ਆ, ਇੱਕ ਦੂਜੇ ਦੇ ਉੱਤੇ ਬਲੇਮ ਗੇਮ ਚੱਲਦੀ ਰਹੀ। ਦੋਨਾਂ ਦੀ, ਤਿੰਨਾਂ ਜਾਂ ਇਹਨਾਂ ਦੇ ਪੈਰੋਕਾਰ ਜਿਹੜੇ ਸੀਗੇ ਉਹ ਵੀ ਇਹੀ ਕੰਮ ਕਰਦੇ ਸੀਗੇ, ਇਹਨੇ ਇਹ ਕਰਤਾ, ਇਹਨੇ ਉਹ ਕਰਤਾ। ਹੁਣ ਮੈਂ ਬਹੁਤੀ ਡਿਟੇਲ ਦੇ ਵਿੱਚ ਨਹੀਂ ਉਹਦੇ ਵਿੱਚ ਜਾਣਾ, ਪਰ ਆਪਾਂ ਸਾਰਿਆਂ ਨੂੰ ਪਤਾ ਵੀ ਬਲੇਮ ਗੇਮ ਜਿਹੜੀ ਚੱਲੀ ਆ, ਹੁਣ ਜਿੰਨੀ ਬਲੇਮ ਗੇਮ ਚੱਲੀ ਆ, ਕੀ ਅਸੀਂ ਇਹਦੇ ਨਾਲ ਤਾਂ ਇਹ ਹੋ ਗਿਆ ਕਿ ਜਿਹੜੀ ਇਹਨਾਂ ਦੀ ਹਾਈ ਕਮਾਂਡ ਆ ਉਹਦੇ ਸੱਪ ਦੇ ਮੂੰਹ ਦੇ ਵਿੱਚ ਕਿੱਲੀ ਪੈ ਗਈ ਆ। ਉਹ ਕਹੇ ਕੋਈ ਗੱਲਾਂ ਥੋੜੋ ਆਪੇ ਬਟਨ ਦੱਬੋ ਜਾਂ ਇਹ ਦੱਬੋ ਜਾਂ ਉਹ ਦੱਬੋ, ਇਹ ਕੋਈ ਡੈਮੋਕ੍ਰੇਸੀ ਦਾ ਬਟਨ ਨਹੀਂ ਹੈਗਾ। ਤੁਸੀਂ ਹਾਈ ਕਮਾਂਡ ਆ, ਤੁਸੀਂ ਡਿਸੀਜਨ ਲੈਣੇ ਆ ਇਹੋ ਜਿਹੇ ਵੀ ਕਿਹਨੂੰ ਬਣਾਉਣਾ। ਤੁਸੀਂ ਦੇਖੋ ਕਿਹਦੀ ਫੋਲੋਇੰਗ ਹੈਗੀ, ਕਿਹਦੀ ਨਹੀਂ ਹੈਗੀ। ਪਹਿਲਾਂ ਤਾਂ ਮੈਂ ਫੰਡਾਮੈਂਟਲ ਗੱਲ ਕਰ ਲਈ ਆ, ਹੁਣ ਮੈਂ ਦੂਜੀ ਗੱਲ ਉਹਨਾਂ ਦੀ ਗੱਲ ਤੇ ਆਉਣਾ ਆ ਕਿ ਉਹਨਾਂ ਦਾ ਇਹ ਹਾਈ ਕਮਾਂਡ ਦਾ ਪ੍ਰੈਰੋਗੇਟਿਵ ਆ, ਜਿਹਨੂੰ ਮਰਜ਼ੀ ਬਣਾਉਣ, ਜਿਹਨੂੰ ਨਾ ਮਰਜ਼ੀ ਬਣਾਉਣ। ਹੁਣ ਜਿੱਥੇ ਇੱਥੇ ਦੀ ਗੱਲ ਜਿਹੜੀ ਅਸੀਂ ਦੋ ਬੰਦਿਆਂ ਦੀ ਜਿਹੜੀ ਗੱਲ ਤੁਸੀਂ ਕੀਤੀ ਆ, ਉਹ ਤਾਂ ਬਿਲਕੁਲ ਟੁਕਦੀ ਨਹੀਂ ਹੈਗੀ ਗੱਲ ਇਹਨਾਂ ਦੇ। ਇਹ ਤਾਂ 2 ਪੋਲ ਨੇ, ਜੋ ਇਹਨਾਂ ਨੇ ਕੀਤਾ ਪਿਛਲਾ ਇਤਿਹਾਸ 2-3 ਮਹੀਨਿਆਂ ਦਾ ਉਹ ਰਿਪੀਟ ਕਰੂਗੇ। ਔਰ ਜੇ ਇੱਕ ਨੂੰ ਵੀ ਬਣਾਤਾ, ਚਾਹੇ ਉਹਨੂੰ ਬਣਾਤਾ, ਚਾਹੇ ਉਹਨੂੰ ਬਣਾਤਾ, ਇਹਨਾਂ ਦੇ ਵਿੱਚ ਖਹਿਬਾਜ਼ੀ ਚੱਲਣੀ ਹੈਗੀ ਆ ਔਰ ਇਹ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੋਸ ਹੋਊਗਾ। ਅਗਲੀ ਗੱਲ ਜਿਹੜੀ ਤੁਸੀਂ ਹੋਰ ਗੱਲ ਕੀਤੀ ਆ ਕਿ ਹਿੰਦੂ ਸਿੱਖ ਦੀ ਗੱਲ ਕੀਤੀ ਆ ਵੀ ਸਿੱਖ ਚਿਹਰਾ ਬਣਾਉਣਾ, ਇਹ ਤਾਂ ਬਹੁਤ ਹੀ ਘਾਤਕ ਆ ਇਸ ਵੇਲੇ ਦੇ ਮਾਹੌਲ ਨਾਲ, ਜਦ ਸਾਰਾ ਹਿੰਦੁਸਤਾਨ ਇਸ ਚੀਜ਼ ਦੇ ਵਿੱਚ ਵੜਿਆ ਆ। ਕਿਉਂਕਿ ਯੂਨੀਅਨ ਗੌਰਮੈਂਟ ਦੇ ਵਿੱਚ ਵੀ ਇਹੋ ਜਿਹਾ ਹੀ ਰੌਲਾ ਪੈਂਦਾ ਆ, ਸਟੇਟਾਂ ਦੇ ਵਿੱਚ ਵੀ ਕਈਆਂ ਦੇ। ਫਿਰ ਸਾਡਾ UP ਆ, ਉੱਥੇ ਬਲਦੀ ਅੱਗੇ ਇਹੀ ਆ, ਜੇ ਮੈਂ ਪਾਸਿੰਗ ਰੈਫਰੈਂਸ ਦੇਵਾਂ, ਉਹ ਕਰਦੇ ਹੀ ਇਹੀ ਆ, ਮੰਦਰ ਮਸਜਿਦ ਦੀ ਗੱਲ ਕਰਦੇ ਆ। ਉਹਨਾਂ ਨੇ ਬਾਕੀ ਜਿਹੜੇ ਇਸ਼ੂਜ਼ ਹੈਗੇ ਆ ਉਹ ਸਾਈਡ ਲਾਈਨ ਤੇ ਕਰ ਦਿੱਤੇ ਆ, ਕੀ ਬੇਰੁਜ਼ਗਾਰੀ ਆ, ਕੀ ਮਹਿੰਗਾਈ ਹੈਗੀ, ਕੀ ਲਾਅ ਐਂਡ ਆਰਡਰ ਹੈਗਾ, ਉਹ ਪਿੱਛੇ ਕਰ ਦਿੱਤੇ ਆ। ਇਸੇ ਤਰ੍ਹਾਂ ਹੀ ਇੱਥੇ ਲੱਗੇ ਕਰਨ। ਹੁਣ ਤੁਸੀਂ ਦੇਖੋ ਵੀ ਹਿੰਦੂ ਹੋਵੇ ਜਾਂ ਮੁਸਲਿਮ ਹੋਵੇ ਜਾਂ ਸਿੱਖ ਹੋਵੇ, ਕੋਈ ਹੋਵੇ, ਸਾਡੇ ਪ੍ਰੈਜ਼ੀਡੈਂਟ ਜਿਹੜੇ ਆ, ਬਹੁਤ ਸਾਰੇ 3-4 ਪ੍ਰੈਜ਼ੀਡੈਂਟ ਮੁਸਲਿਮ ਹੋਏ ਆ ਪ੍ਰੈਜ਼ੀਡੈਂਟ, ਐਡੀ ਹਾਈਐਸਟ ਪੋਸਟ ਹੈਗੀ ਆ। ਉੱਥੇ ਕਿਸੇ ਨੇ ਨਹੀਂ ਇਹ ਕਿਹਾ ਵੀ ਹਿੰਦੂ ਹੋਵੇ ਜਾਂ ਮੁਸਲਿਮ ਹੋਵੇ ਜਾਂ ਕੋਈ ਹੋਵੇ। ਇੱਥੇ ਜਿਹੜਾ ਸਵਾਲ ਹੈਗਾ ਆ, ਜੇ ਸਹੀ ਮਾਇਨਿਆਂ ਦੇ ਵਿੱਚ ਅਸੀਂ ਸੈਕੂਲਰ ਆ,
ਸੈਕੂਲਰ ਮੈਂ ਅੱਗੇ ਜਾ ਕੇ ਗੱਲ ਕਰੂੰਗਾ, ਜੇ ਸ਼ਾਇਦ ਟਾਈਮ ਤੁਸੀਂ ਦਿਓਗੇ ਤਾਂ ਮੈਂ ਸੈਕੂਲਰਿਜ਼ਮ ਦੀ ਗੱਲ ਜ਼ਰੂਰ ਅੱਜ ਕਰੂੰਗਾ। ਇਹਦੇ ਵਿੱਚ ਜਾਂ ਤੁਸੀਂ ਇਹ ਗੱਲ ਕੀਤੀ ਆ ਕਿ ਹਿੰਦੂ ਹੋਵੇ ਜਾਂ ਮੁਸਲਿਮ ਹੋਵੇ, ਇਹਦੇ ਵਿੱਚ ਕੋਈ ਰੌਲਾ ਨਹੀਂ, ਕੈਪੇਬਿਲਿਟੀ ਦਾ ਆ। ਜਿਹੜਾ ਬੰਦਾ ਸਾਰੀਆਂ ਪਾਲਿਸੀਜ਼ ਜਿਹੜੀਆਂ ਆ ਆਪਣੀ ਪਾਰਟੀ ਦੀਆਂ ਪਾਲਿਸੀਜ਼ ਅੱਗੇ ਲਿਜਾ ਕੇ ਇੰਪਲੀਮੈਂਟ ਕਰਾ ਸਕਦਾ, ਲੋਕਾਂ ਨੂੰ ਨਾਲ ਲਿਜਾ ਸਕਦਾ ਹੈ, ਉਹਦੀ ਆਪਣੀ ਕੈਪੇਬਿਲਿਟੀ ਕੀ ਹੈਗੀ ਆ। ਇਹ ਜਿਹੜੀਆਂ ਕੈਪੇਬਿਲਿਟੀ ਐਂਡ ਕੈਪੈਸਿਟੀ ਦੀਆਂ ਗੱਲਾਂ ਆ, ਇਹ ਚਾਹੀਦੀਆਂ ਆ। ਲੀਡਰਸ਼ਿਪ ਕੁਆਲਿਟੀਜ਼ ਕੀ ਹੈਗੀਆਂ ਕਿਹਦੇ ਵਿੱਚ? ਸਵਾਲ ਤਾਂ ਇਹ ਆ ਵੀ ਕਿਸੇ ਦੀ ਲੀਡਰਸ਼ਿਪ ਕੁਆਲਿਟੀ ਹੈਗੀ, ਅਸੀਂ ਉਹਨੂੰ ਲਈਏ ਇਸ ਰਿਸਪੈਕਟ ਆਫ ਫੈਕਟ। ਹਿੰਦੂ ਆ ਕਿ ਮੁਸਲਿਮ ਹੈ, ਸਿੱਖ ਈਸਾਈ ਆ ਜਾਂ ਕੋਈ ਵੀ ਹੈਗਾ ਆ, ਇਹ ਚੀਜ਼ ਦੇ ਉੱਤੇ ਉੱਠ ਕੇ ਸਾਨੂੰ ਗੱਲ ਕਰਨੀ ਚਾਹੀਦੀ। ਨਾਲ ਹੀ ਮੈਂ ਇੱਕ ਗੱਲ ਕਰ ਲਵਾਂ ਹੁਣੇ, ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਮੈਨੂੰ ਜੇ ਇਜਾਜ਼ਤ ਦਿਓ ਤਾਂ ਮੈਂ ਜ਼ਰੂਰ। ਦੇਖੋ, ਮੈਂ ਇੱਕ ਸਬਮਿਸ਼ਨ ਕਰੂੰਗਾ ਵੀ ਇਹ ਚੀਜ਼ ਜਿਹੜੀ ਆ ਸਾਨੂੰ ਹਿੰਦੂ, ਸਿੱਖ, ਮੁਸਲਿਮ, ਈਸਾਈ ਜਿਹੜੀ ਆ ਪੰਜਾਬ ਦੇ ਵਿੱਚ, ਜਿਹੜੀ ਤੁਸੀਂ ਕੁਐਸਚਨ ਰੇਜ਼ ਕੀਤਾ ਆ, ਇੰਡੀਆ ਇਜ਼ ਅ ਸੈਕੂਲਰ ਸਟੇਟ। ਇੰਡੀਆ ਇਜ਼ ਅ ਸੈਕੂਲਰ ਸਟੇਟ। ਇਹ ਅੱਜ ਨਹੀਂ, ਮਤਲਬ ਇਹ ਅੱਜ ਨਹੀਂ ਹੋਇਆ, ਪਹਿਲਾਂ ਨਹੀਂ ਸੀਗਾ। 1947 ਤੋਂ ਬਾਅਦ, ਜਿਸ ਵੇਲੇ ਜੇ ਮੈਂ ਪਾਸਿੰਗ ਰੈਫਰੈਂਸ ਦੇਵਾਂ ਤੇ 1947 ਤੋਂ ਬਾਅਦ ਈਵਨ ਜਦ ਕਨਸਟੀਟਿਊਸ਼ਨ ਬਣਿਆ, देयर इज नो वर्ल्ड ऑफ सेकुलरिज्म इन द कॉन्स्टिट्यूशन। ਪ੍ਰੈਂਬਲ ਦੇ ਵਿੱਚ 3 ਲਫ਼ਜ਼ ਹੈਗੇ ਆ, ਸੋਵਰਨ ਡੈਮੋਕ੍ਰੈਟਿਕ ਰਿਪਬਲਿਕ। ਅੱਗੇ ਜਾ ਕੇ 1976 ਦੇ ਵਿੱਚ 42ਵੀਂ ਅਮੈਂਡਮੈਂਟ ਕੀਤੀ ਆ, ਜਿੱਥੇ 2 ਲਫ਼ਜ਼ ਹੋਰ ਐਡ ਕੀਤੇ ਆ, ਸੈਕੂਲਰਿਜ਼ਮ ਤੇ ਸੋਸ਼ਲਿਜ਼ਮ। ਹੁਣ ਜਦ ਸੈਕੂਲਰਿਜ਼ਮ ਉੱਤੇ ਮੈਂ ਦੂਜੀ ਗੱਲਾਂ ਨਹੀਂ ਕਰਨੀਆਂ, ਮੈਂ ਸੈਕੂਲਰਿਜ਼ਮ ਤੇ ਆਉਣਾ ਗੱਲ ਦੀ, ਬਸ ਪਾਸਿੰਗ ਰੈਫਰੈਂਸ 1-2 ਦੇਣੇ ਆ। ਹੁਣ ਸੈਕੂਲਰਿਜ਼ਮ ਮੀਨ ਇੰਡੀਆ ਡਜ਼ ਨਾਟ ਹੈਵ ਇਟਸ ਓਨ ਰਿਲੀਜਨ। ਸਾਡਾ ਕੋਈ ਧਰਮ ਨਹੀਂ ਹੈ। ਨਾਈਦਰ ਇੰਡੀਆ ਕੈਨ ਇੰਟਰਫੀਅਰ ਇਨ ਆਵਰ ਇੰਟਰਨਲ ਅਫੇਅਰਸ ਆਫ ਰਿਲੀਜਨ। ਹਿੰਦੁਸਤਾਨ ਦਾ ਕੋਈ ਧਰਮ ਨਹੀਂ ਹੈਗਾ। ਹਿੰਦੁਸਤਾਨ ਨਾ ਕੋਈ ਪਾਰਟੀ, ਨਾ ਪੋਲੀਟੀਕਲ ਪਾਰਟੀ ਕੋਈ ਵੀ ਹੋਵੇ, ਬੀਜੇਪੀ, ਕਾਂਗਰਸ, ਅਕਾਲੀ, ਦੂਜਾ ਤੀਜਾ, ਜਿਹੜੇ ਮਰਜ਼ੀ ਹੋਣ, they don't have any right to interfere in the religious affairs of the people. Religion ਨਾ ਇਹਨੂੰ ਪੋਲੀਟੀਕਲ ਤੇ ਰਿਲੀਜਨ ਨੂੰ ਜੋੜਨਾ ਚਾਹੀਦਾ ਹੈ। ਜੇ ਅਸੀਂ ਸਹੀ ਮਾਇਨਿਆਂ ਦੇ ਵਿੱਚ ਸੈਕੂਲਰਿਜ਼ਮ ਦਾ ਮਾਇਨਾ ਕੱਢਣਾ ਆ, ਤਾਂ ਸਾਨੂੰ ਬਿਲਕੁਲ ਨਹੀਂ ਜੋੜਨਾ ਚਾਹੀਦਾ ਇਹਨੂੰ ਪੋਲੀਟੀਕਲ ਤੇ ਰਿਲੀਜਨ ਨਾਲ ਇਕੱਠੇ ਹੋ ਕੇ। ਸੋ ਹਾਲਾਂਕਿ ਹੁਣ ਮੈਂ ਤੁਹਾਨੂੰ ਇੱਕ ਬਸ ਲਾਸਟ ਗੱਲ ਕਹਿ ਕੇ ਤੁਹਾਡੇ ਨਾਲ ਫਿਰ ਅਗਲੀ ਗੱਲ ਕਰਦੇ ਹਾਂ ਆਪਾਂ। ਰਿਲੀਜਨ, ਹੁਣ ਜਿਹੜੇ ਲੋਕ ਆ ਇਹੀ ਗੱਲ ਕਰੀ ਜਾਂਦੇ ਆ ਕਿ ਅਸੀਂ ਮੰਦਿਰ ਬਣਾਤਾ, ਅਸੀਂ ਮਸਜਿਦ ਬਣਾਤੀ, ਅਸੀਂ ਗੁਰਦੁਆਰਾ ਬਣਾਤਾ। ਤੁਸੀਂ ਬਣਾਓ, ਗੌਰਮੈਂਟ ਦਾ ਉਹਦੇ ਵਿੱਚ ਕੀ ਰੋਲ ਆ? ਗੌਰਮੈਂਟ ਦਾ ਕੋਈ ਰੋਲ ਨਹੀਂ ਹੈਗਾ। ਹਾਲਾਂਕਿ ਜਿਹੜਾ ਹੁਣ ਪਿਛਲੇ 5-7 ਸਾਲਾਂ ਤੋਂ ਜਿਹੜੇ ਰੂਲ ਚੱਲਦੇ ਆ, ਗੌਰਮੈਂਟ ਆਪਣੇ ਆਪ ਇੰਟਰਫੀਅਰ ਕਰੀ ਜਾ ਰਹੀ ਹੈ, ਜਿਹੜਾ ਬਹੁਤ ਗਲਤ ਆ, ਜਿਹੜਾ ਅਨਕਨਸਟੀਟਿਊਸ਼ਨਲ। ਸੋ ਇਸੇ ਤਰ੍ਹਾਂ ਜਿਹੜਾ ਪੰਜਾਬ ਦਾ ਹਾਲ ਹੈਗਾ ਆ, ਪੰਜਾਬ ਦੇ ਵਿੱਚ ਜਿਹੜਾ ਆ ਇਹ ਤੋਂ ਉੱਤੇ ਉੱਠ ਕੇ ਜੇ ਕਿਸੇ ਪਾਰਟੀ ਨੇ ਚਲੋ ਆਪਣਾ ਲੀਡਰ ਚੁਣ ਲਿਆ ਤਾਂ ਠੀਕ ਆ, ਉਹਨਾਂ ਦੀ ਆਪਣੀ ਸੋਚ ਆ ਕਿ ਆਪਣਾ ਇਲੈਕਸ਼ਨ ਕਿਸ ਤਰ੍ਹਾਂ ਜਿੱਤਣਾ ਆ ਜਾਂ ਕਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਆਪਾਂ ਜਾਣਾ ਆ, ਉਹਨਾਂ ਦੀ ਆਪਣੀ ਸੋਚ ਆ। ਪਰ ਮੇਰੀ ਸਮਝ ਦੇ ਮੁਤਾਬਕ ਹੁਣ ਇਹਨਾਂ ਨੂੰ ਇਹ ਪਹਿਲੀ ਗੱਲ ਤਾਂ ਕਰਨਾ ਹੀ ਨਹੀਂ ਚਾਹੀਦਾ। ਦੂਜੀ ਗੱਲ, ਹਿੰਦੂ ਮੁਸਲਮਾਨ ਸਿੱਖ ਤੇ ਉੱਤੋਂ ਉੱਠ ਕੇ ਗੱਲ ਕਰਨੀ ਚਾਹੀਦੀ। ਕੋਈ ਬੰਦਾ ਵੀ ਹੋਵੇ ਤੇ ਕੈਪੇਬਿਲਿਟੀ ਦੇ ਆਧਾਰ ਤੇ ਜਾਂ ਉਹਦੀ ਕੁਆਲੀਫਿਕੇਸ਼ਨ ਦੇਖੋ, ਉਹਦੀ ਕੈਪੇਬਿਲਿਟੀ ਦੇ ਦੇਖੋ, ਉਹਦਾ ਪਬਲਿਕ ਦੇ ਨਾਲ ਰਿਲੇਸ਼ਨ ਕਿਸ ਤਰ੍ਹਾਂ ਦਾ ਹੈਗਾ ਆ, ਸਾਰੀ ਚੀਜ਼ ਦੇਖ ਕੇ ਤਦ ਲੀਡਰ ਬਣਾਉਣਾ ਚਾਹੀਦਾ। ਸੋ ਜੇ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਣਾ ਚਾਹੁੰਦੇ ਹੋ ਤਾਂ ਪਹਿਲਾਂ ਪੰਜਾਬ ਨੂੰ ਸਮਝੋ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਸਾਡੀ ਧਰਤੀ ਦਾ ਸੰਦੇਸ਼ ਸਾਂਝੀਵਾਲਤਾ ਹੈ, ਭਾਈਚਾਰਾ ਹੈ। ਤੇ ਇਹ ਗੱਲ ਨੂੰ ਕਿਸੇ ਹੋਰ ਪਾਸੇ ਹੀ ਤੋਰੀ ਜਾਂਦੇ ਨੇ, ਸਿਰਫ ਆਪਣੇ ਸਿਆਸੀ ਫਾਇਦੇ ਵਾਸਤੇ। ਤੇ ਸਿਸਟਮ ਕਿਹੜਾ ਚੇਂਜ ਕਰਨਾ ਹੈ, ਇਹ ਵੀ ਇਹਨਾਂ ਨੂੰ ਹਜੇ ਤੱਕ ਆਪ ਨੂੰ ਕਲੀਅਰ ਨਹੀਂ, ਤੇ ਸਾਨੂੰ ਕੀ ਕਲੀਅਰ ਕਰਨਾ ਇਹਨਾਂ ਨੇ। ਤੇ ਅਗਲੀ ਗੱਲ ਆਪਾਂ ਲੈ ਕੇ ਆਉਨੇ ਆ ਕਿ ਜਦੋਂ ਅਸੀਂ ਕੈਪੇਬਿਲਿਟੀ ਦੀ ਗੱਲ ਕਰਦੇ ਹਾਂ ਤਾਂ ਨਾਲ ਗੱਲ ਕਰਦੇ ਹਾਂ ਅਸੀਂ ਕਿਸੇ ਇਨਸਾਨ ਦੀ ਉਹ ਕਾਬਲੀਅਤ ਜਦੋਂ ਉਹ ਸਾਡੇ ਬੁਨਿਆਦੀ ਮੁੱਦਿਆਂ ਨੂੰ ਐਡਰੈਸ ਕਰਦਾ। ਤਾਂ ਬੁਨਿਆਦੀ ਮੁੱਦੇ ਜਿਹੜੇ ਨੇ ਉਹ ਕਿਸੇ ਵੀ ਪਾਰਟੀ ਦਾ ਮੈਨੀਫੈਸਟੋ ਨਹੀਂ, ਕਿਉਂਕਿ ਜਦੋਂ ਬੁਨਿਆਦੀ ਮੁੱਦਿਆਂ ਦੀ ਗੱਲ ਹੁੰਦੀ ਹੈ ਉਦੋਂ ਬੜੀਆਂ ਵੱਧ ਚੜ੍ਹ ਕੇ ਗੱਲਾਂ ਕਰਦੇ ਨੇ, ਪਰ ਜਦੋਂ ਹੱਲ ਕਰਨ ਦੀ ਗੱਲ ਆਉਂਦੀ ਹੈ, ਉਹਨਾਂ ਨੂੰ ਮੈਨੀਫੈਸਟੋ ਦੇ ਵਿੱਚ ਸ਼ਾਮਿਲ ਕਰਨ ਦੀ ਗੱਲ ਆਉਂਦੀ ਹੈ, ਤਾਂ ਸਾਰੇ ਭੱਜ ਜਾਂਦੇ ਨੇ, ਪਿੱਛੇ ਹਟ ਜਾਂਦੇ ਨੇ। ਸ਼ਾਇਦ ਇਹਨਾਂ ਨੂੰ ਇਹ ਖਤਰਾ ਹੈ ਕਿ ਬੁਨਿਆਦੀ ਮੁੱਦਿਆਂ ਦੇ ਉੱਤੇ ਚੋਣਾਂ ਦੇ ਵਿੱਚ ਇਹਨਾਂ ਨੂੰ ਵੋਟਾਂ ਨਹੀਂ ਪੈਣੀਆਂ, ਇਹ ਹਾਰ ਜਾਣਗੇ। ਵਾਟ ਇਜ਼ ਯੋਰ ਟੇਕ ਸਰ? ਦੇਖੋ ਸਰ, ਬੁਨਿਆਦੀ ਮੁੱਦੇ ਤਾਂ ਐਕਚੁਅਲੀ ਬੁਨਿਆਦੀ ਮੁੱਦੇ ਤਾਂ ਨਾ ਪੰਜਾਬ ਦੇ ਵਿੱਚ ਆਏ ਆ, ਨਾ ਬਾਕੀ ਸਟੇਟਾਂ ਜਿੱਥੇ ਦੇ ਇਲੈਕਸ਼ਨਾਂ ਹੋ ਰਹੀਆਂ ਉੱਥੇ ਆ ਰਹੇ ਆ। ਮੈਂ ਪਹਿਲਾਂ ਰੈਫਰੈਂਸ ਦਿੱਤਾ ਕਿ ਅੱਜ ਜਿਹੜੀ ਆ ਲੜਾਈ ਜਿਹੜੀ ਆ, ਅੱਜ ਮੈਂ ਰੈਫਰੈਂਸ ਦਿੰਦਾ ਕਿਉਂਕਿ ਹੋਰ ਸਟੇਟਾਂ ਦੇ ਵਿੱਚ ਵੀ ਇਲੈਕਸ਼ਨਾਂ ਹੋਈਆਂ, ਉਹਨਾਂ ਦਾ ਵੀ ਇੱਕ ਦੂਜੇ ਤੇ ਅਸਰ ਪੈਂਦਾ ਆ। ਹੁਣ ਯੂਪੀ ਦੇ ਵਿੱਚ ਇਲੈਕਸ਼ਨ ਜਿਹੜੀ ਹੋ ਰਹੀ ਆ, ਉਹ ਧਰਮ ਦੇ ਨਾਂ ਤੇ, ਜਾਤੀ ਦੇ ਨਾਂ ਤੇ, ਏਰੀਏ ਦੇ ਨਾਂ ਤੇ, ਇਹਨਾਂ ਚੀਜ਼ਾਂ ਤੇ ਵੋਟ ਪੈ ਰਹੀ ਆ। ਵੋਟਾਂ ਜਦੋਂ ਪੈਣੀਆਂ ਤਾਂ ਇਲੈਕਸ਼ਨ ਹੋਣ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਹੈਗਾ। ਪੰਜਾਬ ਦੇ ਵਿੱਚ ਚਾਹੇ ਮੈਨੀਫੈਸਟੋ ਆ, ਹੁਣ ਮੈਨੀਫੈਸਟੋ ਦੇ ਉੱਤੋਂ ਇੱਕ ਸੰਕਲਪ ਪੱਤਰ ਆ ਗਿਆ। ਮੈਨੀਫੈਸਟੋ ਨੂੰ ਛੱਡ ਕੇ ਆ ਕਈ ਬੰਦੇ,
ਕਈ ਪੋਲੀਟੀਕਲ ਪਾਰਟੀਆਂ ਮੈਨੀਫੈਸਟੋ ਛੱਡ ਗਈਆਂ, ਸੰਕਲਪ ਆ ਗਿਆ ਸੰਕਲਪ ਪੱਤਰ। ਹੁਣ ਸੰਕਲਪ ਪੱਤਰ ਦੇ ਵਿੱਚ ਕੀ ਹੈਗਾ? ਮੈਨੀਫੈਸਟੋ ਤਾਂ ਇੱਕ ਆਪਾਂ ਜਿਵੇਂ ਕਮਿਟਮੈਂਟ ਹੈਗੀ ਹੈ ਤੁਹਾਡੀ ਵੋਟਰਸ ਦੇ ਨਾਲ ਵੀ ਤੁਸੀਂ ਇਹ ਕਰੋਗੇ, ਆਹ ਕਰੋ। ਹੁਣ ਤਾਂ ਜੇ ਅਸੀਂ ਮੈਨੀਫੈਸਟੋ ਇਹਨਾਂ ਦਾ ਦੇਖੀਏ ਜਾਂ ਸੰਕਲਪ ਪੱਤਰ ਦੇਖੀਏ 3-4 ਪਾਰਟੀਆਂ ਦਾ, ਇਹਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹੜੀ ਲੋਕ ਪੱਖੀ ਹੁੰਦੀ। ਲੋਕ ਪੱਖੀ ਕੀ ਚੀਜ਼ਾਂ ਹੁੰਦੀਆਂ? ਲੋਕ ਪੱਖੀ ਦੇਖੋ, ਪਹਿਲੀ ਗੱਲ ਸਭ ਨਾਲ ਵੱਡੀ ਅਨਪਲਾਇਮੈਂਟ ਆ ਸਾਡੇ ਮੁਲਕ ਦੇ ਵਿੱਚ, ਔਰ ਪੰਜਾਬ ਦੇ ਵਿੱਚ ਬਸਟ ਕਾਈਂਡ ਆਫ ਇੰਪਲਾਇਮੈਂਟ ਇਸ ਵੇਲੇ ਚੱਲ ਰਹੀ ਆ, ਜੋ ਰੇਟ ਚੱਲ ਉਹਦੇ ਬਾਅਦ ਦੇ ਵਿੱਚ ਜਿਹੜੀ ਮਹਿੰਗਾਈ ਆ, ਮਹਿੰਗਾਈ ਭਾਵੇਂ ਯੂਨੀਅਨ ਗਵਰਨਮੈਂਟ ਦਾ ਮਸਲਾ ਆ, ਪਰ ਪੰਜਾਬ ਵੀ ਇਹ ਤੋਂ ਅਨਟੱਚੇਬਲ ਨਹੀਂ ਹੈ। ਪੰਜਾਬ ਦਾ ਵੀ ਇਹੀ ਹਾਲ ਹੈਗਾ ਆ, ਕਿਸ ਤਰ੍ਹਾਂ ਚੱਲਣਾ, ਕਿਸ ਤਰ੍ਹਾਂ ਨਹੀਂ ਚੱਲਣਾ। ਸਿਮਿਲਰਲੀ ਜਿਹੜੇ ਸਕੈਮ ਆ ਜਾਂ ਜਿਹੜੇ ਆਹ ਮਾਫੀਆ ਰੂਲ ਚੱਲਦਾ ਆ, ਇਹਨਾਂ ਦੇ ਉੱਤੇ ਗੱਲ ਕਰ ਰਹੇ ਆ ਇਹ। ਮਤਲਬ ਇਹਨਾਂ ਨੂੰ ਰਿਮੂਵਲ ਦੀ ਨਹੀਂ ਗੱਲ ਕਰ ਰਿਹਾ ਕੋਈ ਬੰਦਾ। ਇਹੋ ਜਿਹੇ ਹੋਰ ਬੜੇ ਮਸਲੇ ਆ। ਐਜੂਕੇਸ਼ਨ ਦਾ ਮਸਲਾ ਐਡਾ ਵੱਡਾ ਸਾਡੇ ਸਾਹਮਣੇ ਖੜਾ ਆ। ਸਾਡਾ ਯੂਥ ਕਿੱਧਰ ਨੂੰ ਜਾ ਰਿਹਾ ਆ? ਅਨਪਲਾਇਮੈਂਟ ਇਸ ਹਿਸਾਬ ਨਾਲ, ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਆ। ਐਜੂਕੇਸ਼ਨ, ਹਸਪਤਾਲਾਂ ਦੀ ਗੱਲ ਮੈਂ ਤੁਹਾਨੂੰ ਇੱਕ ਸਾਂਝੀ ਬਸ ਪਾਸਿੰਗ ਰੈਫਰੈਂਸ ਦੇ ਕੇ ਫਿਰ ਮੈਂ ਤੁਹਾਡੀ ਅਗਲੀ ਗੱਲ ਕਰਨੇ ਆ। ਹਸਪਤਾਲ, ਹੁਣ ਪੰਜਾਬ ਦੀ ਗੱਲ ਜਦੋਂ ਅਸੀਂ ਹੈਲਥ ਦੀ ਗੱਲ ਕਰਦੇ ਹਾਂ, ਸਾਡੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ 3 ਵੱਡੇ ਹਸਪਤਾਲ ਪੰਜਾਬ ਦੇ ਵਿੱਚ। 3 ਵੱਡੇ ਹਸਪਤਾਲ ਆ। ਰਜਿੰਦਰਾ ਜਿਹੜਾ ਆ ਪਟਿਆਲੇ ਦੇ ਵਿੱਚ ਹੈਗਾ, ਫਰੀਦਕੋਟ ਦੇ ਵਿੱਚ ਹਸਪਤਾਲ ਹੈਗਾ, ਅੰਮ੍ਰਿਤਸਰ ਦੇ ਵਿੱਚ ਹੈਗਾ। ਕਿਸੇ ਵੀ ਸਰਕਾਰ ਨੇ ਪਿਛਲੇ 20-25 ਸਾਲਾਂ ਦੇ ਵਿੱਚ ਇਹ ਟਰਾਈ ਨਹੀਂ ਕੀਤੀ ਕਿ ਹਸਪਤਾਲ ਹੋਰ ਵੀ ਵਧਾਉਣੇ ਚਾਹੀਦੇ ਸਰਕਾਰੀ ਖੇਤਰ ਤੇ, ਚਾਹੇ ਕਰੋਨਾ ਆ ਗਿਆ ਚਾਹੇ ਨਹੀਂ ਆ ਗਿਆ। ਨਹੀਂ, ਇਸੇ ਤਰ੍ਹਾਂ ਹੀ ਬੇਰੁਜ਼ਗਾਰੀ ਦਾ ਮਸਲਾ ਜਿਹੜਾ ਸਿਰ ਕੱਢੀ ਖੜਾ ਆ। ਔਰ ਸਾਡੇ ਯੂਥ ਜਿਹੜੇ ਆ ਉਹਨਾਂ ਨੂੰ ਇਹ ਨਹੀਂ ਪਤਾ what to do and where to go, they are in darkness। ਔਰ ਸਰਕਾਰ ਨੇ ਇਹਦੇ ਵਿੱਚ ਕੋਈ ਗੱਲ ਨਹੀਂ ਕੀਤੀ ਹੈਗੀ। ਸਰਕਾਰ ਨੇ ਗੱਲਾਂ ਕਰੀ ਜਾਂਦੇ ਆ। ਜੇ ਪਿਛਲਾ ਰਿਕਾਰਡ ਦੇਖੀਏ ਪੰਜਾਬ ਗੌਰਮੈਂਟ ਦਾ, ਜੇ ਥੋੜਾ ਜਿਹਾ ਮੈਂ ਇਹਨੂੰ ਹੋਰ ਥੋੜੀ ਜਿਹਾ ਸਟ੍ਰੈਸ ਕਰਕੇ ਗੱਲ ਕਰਾਂ, 1 ਲੱਖ ਪੰਜਾਬ ਗੌਰਮੈਂਟ ਨੇ ਦਿੱਤਾ ਸੀਗਾ ਵੀ 1 ਲੱਖ ਅਸੀਂ ਰੁਜ਼ਗਾਰ ਦੇਵਾਂਗੇ। ਚੰਨੀ ਸਾਹਿਬ ਨੇ ਇੱਕ ਵੀ ਨਹੀਂ ਦਿੱਤਾ ਹੈਗਾ। ਹੁਣ ਦੂਜਾ ਜਿਹੜਾ ਇੱਕ ਨਵਾਂ ਪਖੰਡ ਜਿਹਾ ਕੀਤਾ ਦੇਖੋ ਭਈ, ਪਖੰਡ ਇਹ ਕੀਤਾ ਵੀ ਅਸੀਂ ਜਿਹੜੇ ਬਾਹਰ ਨੂੰ ਜਾਂਦੇ ਲੋਕ ਆ ਉਹਨਾਂ ਨੂੰ ਵੀ ਕਰਜ਼ਾ ਦੇ। ਦੇਖੋ ਤੁਸੀਂ ਉਹਨਾਂ ਨੂੰ ਬਾਹਰ ਨੂੰ ਤੋਰਨ ਦੀ ਗੱਲ ਕਰ ਰਹੇ ਆ, ਕਰਜ਼ੇ ਦੀ ਗੱਲ ਕਰ ਰਹੇ ਆ। ਤੁਸੀਂ ਇਹ ਨਹੀਂ ਦੇਖਦੇ ਵੀ ਇੱਥੇ ਜਿਹੜਾ ਰੁਜ਼ਗਾਰ ਦੇਣਾ ਆ ਉਹ ਸਾਡੀ ਸਟੇਟ ਗਵਰਨਮੈਂਟ ਦਾ ਜ਼ਿੰਮੇਵਾਰੀ ਹੈਗੀ ਆ। ਆਪਣੇ ਯੂਥ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੈਗੀ ਆ। ਆਪਣੀਆਂ ਕੋਈ ਇੱਥੇ ਅਸੀਂ ਫੈਕਟਰੀਜ਼ ਲਾਈਏ, ਇੱਥੇ ਕਾਰਖਾਨੇ ਲਾਈਏ ਇੱਥੇ, ਉਹ ਤਾਂ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਏਜੰਡਾ ਨਹੀਂ ਹੈਗਾ। ਖੰਨਾ ਸਾਹਿਬ, ਅੱਜ ਸਾਡੀ ਬਦਕਿਸਮਤੀ ਆ, ਇਹ ਪਾਰਟੀਆਂ ਹੋਰ ਪਾਸੇ ਚੱਲੀਆਂ ਆ। ਫਰੀਬੀ ਦੱਸੋ ਕੀ ਇਹਨਾਂ ਦੇ ਵਿੱਚੋਂ ਕੱਢ ਲੈਣਾ ਸੀ, ਫਰੀਬੀਆਂ ਦੇ ਵਿੱਚੋਂ। ਔਰ ਮੈਂ ਇੱਕ ਲੇਖ ਲਿਖਿਆ ਸੀਗਾ ਪਿਛਲੇ ਦਿਨਾਂ ਦੇ ਵਿੱਚ, ਟੂ ਸਟੀਲ ਪੀਟਰ ਐਟ ਹੈਲਪ ਪੌਲ। ਤੁਸੀਂ ਦੇਖੋ ਵੀ ਕਿੱਧਰ ਨੂੰ ਅਸੀਂ ਜਾ ਰਹੇ ਹਾਂ। ਸੋ ਇਸ ਤਰ੍ਹਾਂ ਇਹਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਹੈਗੀ। ਇਹਦੇ ਵਿੱਚ ਲੋਕਲ ਬਾਊ ਨਾਰੇ ਹੈਗੇ ਜਾਂ ਮੈਨੀਫੈਸਟੋ ਹੈਗਾ ਆ, ਜਾਂ ਉਹਦੇ ਵਿੱਚ ਜੋ ਲਿਖਦੇ ਆ ਉਹਦੇ ਵਿੱਚ ਕੋਈ ਵੀ ਲੋਕ ਪੱਖੀ ਗੱਲ ਨਹੀਂ ਹੈਗੀ ਜਿਹੜੀ ਸਟੇਟਸ ਨੂੰ ਜਾਂ ਪੰਜਾਬ ਸਟੇਟ ਨੂੰ, ਜਿੱਦਾਂ ਮੈਂ ਹੈਲਥ ਦੀ ਗੱਲ ਕੀਤੀ ਆ, ਐਜੂਕੇਸ਼ਨ ਦੀ ਗੱਲ ਕੀਤੀ ਆ, ਇੰਪਲਾਇਮੈਂਟ ਦੀ ਗੱਲ ਕੀਤੀ। ਮੈਨੂੰ ਇੰਪਲਾਇਮੈਂਟ ਜ਼ਿਆਦਾ ਚੁੱਭਦੀ ਆ ਕਿਉਂਕਿ ਸਾਡਾ ਯੂਥ ਆ ਜਿਹੜਾ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ। ਅੱਜ ਪੜ੍ਹੇ ਲਿਖੇ ਹੈਗੇ ਆ, ਅੱਜ ਪ੍ਰਾਈਵੇਟ ਸੈਕਟਰ ਦੇ ਵਿੱਚ ਯੂਨੀਵਰਸਿਟੀਆਂ ਇੰਨੀਆਂ ਖੁੱਲ ਗਈਆਂ ਆ ਜਾਂ ਕਾਲਜ ਇੰਨੇ ਖੁੱਲ ਗਏ ਆ, ਡਿਗਰੀਆਂ ਲਈ ਫਿਰਦੇ ਆ, ਲੇਕਿਨ ਉਹਨਾਂ ਦਾ ਹਾਲ ਬਹੁਤ ਮਾੜਾ ਆ। ਸੋ ਇਹਨਾਂ ਦਾ ਕੋਈ ਵਿਜ਼ਨ ਨਹੀਂ ਹੈਗਾ। ਜਿਹੜੇ ਗੱਲਾਂ ਕਰੀ ਜਾਂਦੇ ਆ, ਜਿੰਨੀਆਂ ਮਰਜ਼ੀ ਇਹਨਾਂ ਤੋਂ ਗੱਲਾਂ ਕਰਾ ਲਓ। ਔਰ ਸਾਡੀ ਇੱਕ ਹੋਰ ਬਦਕਿਸਮਤੀ ਆ, ਮੀਡੀਆ ਉਹਨਾਂ ਨੂੰ ਹਾਈਲਾਈਟ ਕਰਦਾ, ਉਹਨਾਂ ਗੱਲਾਂ ਨੂੰ। ਮੀਡੀਆ ਸਾਡੀ ਜਿਹੜਾ ਪ੍ਰਿੰਟ ਮੀਡੀਆ ਮੈਂ ਯੂਜ਼ ਕਰਦੇ ਹਾਂ ਲਫ਼ਜ਼, ਮੀਡੀਆ ਹਾਈਲਾਈਟ ਇਸ ਢੰਗ ਦੇ ਨਾਲ ਕਰਦਾ ਵੀ ਇਹੀ ਇਸ਼ੂ ਆ ਸਾਡੇ ਜਿਹੜੇ ਕਹਿ ਰਹੇ ਆ ਵੀ ਜਿਹੜੀਆਂ ਆਹ ਪਾਪੂਲਸ ਨਾਰੇ ਆ, ਇਹੀ ਇਸ਼ੂ ਆ ਸਾਡੇ। ਉਹ ਐਕਚੁਅਲੀ ਜੜ ਤੱਕ, ਬਿਮਾਰੀ ਤੱਕ ਨਹੀਂ ਜਾਂਦਾ ਵੀ ਲੋਕ ਕੀ ਚਾਹੁੰਦੇ ਆ। ਲੋਕ ਅੱਜ ਚਾਹੁੰਦੇ ਆ ਕਿ ਇਹਨਾਂ ਪ੍ਰੋਬਲਮ ਜਿਹੜੀਆਂ ਆਪਾਂ ਡਿਸਕਸ ਕਰ ਰਹੇ ਹਾਂ, ਇਹਨਾਂ ਨੂੰ ਚੱਲ ਕੇ ਕੋਈ ਸਾਡਾ ਇਹੋ ਜਿਹਾ ਆਦਮੀ ਆਵੇ, ਇਹੋ ਜਿਹੀ ਪੋਲੀਟੀਕਲ ਪਾਰਟੀ ਆਵੇ, ਚਾਹੇ ਮਲਟੀਪਲ ਪਾਰਟੀਆਂ ਆ, ਵੀ ਸਾਡੀ ਕੋਈ ਬਾਂਹ ਫੜਨ ਵਾਲਾ ਬੰਦਾ ਮਿਲੇ, ਸਾਨੂੰ ਕੋਈ ਰੁਜ਼ਗਾਰ, ਸਾਡੇ ਜਵਾਨਾਂ ਨੂੰ ਰੁਜ਼ਗਾਰ ਦੇਣ ਵਾਲਾ ਬਣਾਏ। ਸੋ ਬਰੀਫ ਦੇ ਵਿੱਚ ਇੰਨਾ ਕਈ ਆ, ਜੇ ਬਹੁਤ ਸਾਰਾ ਕਹਿਣ ਦੀ ਹੈਗਾ ਆ, ਪਰ ਮੈਂ ਬੇਨਤੀ ਇਹੀ ਕਰਨੀ ਆ ਵੀ ਇਹਨਾਂ ਦੇ ਕੋਲ ਕੋਈ ਵਿਜ਼ਨ ਨਹੀਂ ਹੈਗਾ, ਇਹਨਾਂ ਦੇ ਕੋਲ ਕੋਈ ਪ੍ਰੋਗਰਾਮ ਨਹੀਂ ਹੈਗੇ। ਸਿਰਫ ਤੇ ਸਿਰਫ ਨਾਰੇ ਹੈਗੇ ਆ, ਮੈਨੀਫੈਸਟੋ ਹੈਗੇ ਆ, ਉਹ ਵੀ ਐਕਚੁਅਲ ਪ੍ਰੋਬਲਮਸ ਤੋਂ ਬਹੁਤ ਦੂਰ ਦੀ ਗੱਲ ਜੀ। ਕਿਉਂਕਿ ਸਮਾਜਿਕ ਨਾ ਬਰਾਬਰੀ ਦੀ ਕੋਈ ਵੀ ਗੱਲ ਨਹੀਂ ਕਰਦਾ, ਜੋ ਇਨਇਕੁਐਲਿਟੀ ਹੈ ਸਮਾਜ ਦੇ ਵਿੱਚ, ਇਹਦੀ ਕੋਈ ਵੀ ਗੱਲ ਨਹੀਂ ਕਰਦਾ। ਆਪਾਂ ਪਾਰਟੀ ਦੇ ਸਟਰਕਚਰ ਦੀ ਗੱਲ ਕਰਦੇ ਹਾਂ, ਕਿਉਂਕਿ ਜੋ ਪਾਰਟੀ ਦਾ
ਇੰਟਰਨਲ ਕਲਚਰ ਹੈ ਇਹਨਾਂ ਦੀਆਂ ਪਾਰਟੀਆਂ ਦਾ, ਉਹ ਤੋਂ ਗੱਲ ਤੋੜਦੇ ਆਪਾਂ, ਕਿਉਂਕਿ ਉੱਥੋਂ ਹੀ ਇਹ ਪ੍ਰਭਾਵਿਤ ਹੋ ਗਏ, ਫਿਰ ਅੱਗੇ ਗੱਲ ਕਰਦੇ ਨੇ, ਸਮਾਜ ਦੇ ਵਿੱਚ ਗੱਲ ਕਰਦੇ ਨੇ। ਪਾਰਟੀ ਦਾ ਸਟਰਕਚਰ ਇਹ ਹੈ ਕਿ ਹਮੇਸ਼ਾ ਜੋ ਪਾਰਟੀ ਫੰਡ ਦੇ ਵਿੱਚ ਪੈਸਾ ਲੈ ਕੇ ਆਉਂਦਾ ਉਹਦੀ ਕਦਰ ਜ਼ਿਆਦਾ ਹੈ, ਯਾਨੀ ਕਿ ਜੋ ਕਮਾਊ ਪੁੱਤ ਹੈ ਉਹਦੀ ਕਦਰ ਜ਼ਿਆਦਾ, ਤੇ ਜਿਹੜੇ ਇਮਾਨਦਾਰ ਵਧੀਆ ਲੋਕ ਨੇ ਉਹ ਸਿਰਫ ਇੱਕ ਸ਼ੋਅ ਪੀਸ ਬਣ ਕੇ ਰਹਿੰਦੇ ਨੇ ਪਾਰਟੀ ਦੇ ਵਿੱਚ। ਉਹਨਾਂ ਦੇ ਹੱਥ 'ਚ ਕੋਈ ਪਾਵਰ ਨਹੀਂ ਹੁੰਦੀ, ਪਾਵਰ ਉਹਨਾਂ ਦੇ ਹੱਥ 'ਚ ਹੈ ਜੋ ਕਮਾ ਕੇ ਦੇ ਸਕਦਾ ਪਾਰਟੀ ਨੂੰ। ਸੋ ਵਾਟ ਇਜ਼ ਯੂਰ ਟੇਕ ਕਿ ਇਹ ਸਾਰੀ ਗੇਮ ਇੱਦਾਂ ਹੀ ਹੈ, ਜਿਹੜੇ ਮਾਹਿਰ ਮੰਨਦੇ ਨੇ ਕਿ ਸਾਰਾ ਕੰਮ ਤੇ ਪਾਰਟੀ ਫੰਡ ਦਾ ਹੀ ਹੈ? ਤੁਸੀਂ ਬਿਲਕੁਲ ਠੀਕ ਕਹਿੰਦੇ ਆ ਜੀ, ਪਾਰਟੀ ਫੰਡ ਤਾਂ ਬਿਲਕੁਲ ਠੀਕ ਹੈ। ਜੇ ਕਿਸੇ ਦੇ ਕੋਲ ਪੈਸਾ ਹੈਗਾ ਆ ਤਾਂ ਉਹਨੂੰ ਟਿਕਟ ਮਿਲ ਜਾਂਦੀ ਆ, ਜੇ ਪੈਸਾ ਨਹੀਂ ਹੈਗਾ ਤਾਂ ਉਹਨੂੰ, ਆਪਾਂ ਮੀਡੀਆ ਦੇ ਵਿੱਚ ਦੇਖਿਆ ਬਹੁਤ ਸਾਰੇ ਲੋਕ ਜਿਹੜੇ, ਕੋਈ ਕਿਸੇ ਪਾਰਟੀ ਦਾ ਵੀ ਲੈ ਲਓ, ਆਪਾਂ ਕਿਸੇ ਦੀ ਇੰਡੀਵਿਜੂਅਲ ਗੱਲ ਨਹੀਂ ਕਰਦੇ ਹੈਗੇ, ਕਿਸੇ ਪਾਰਟੀ ਦਾ ਵੀ ਲੈ ਲੈ, ਕੋਈ ਕਹਿੰਦਾ ਮੈਂ 15 ਸਾਲ ਤੋਂ ਕੰਮ ਕਰ ਰਿਹਾ ਪਾਰਟੀ, ਕੋਈ 20 ਸਾਲ ਤੋਂ ਕੰਮ ਕਰ ਰਿਹਾ, ਹੁਣ ਮੈਂ ਪੈਸੇ ਨਹੀਂ ਦਿੱਤੇ ਤਾਂ ਮੈਨੂੰ ਟਿਕਟ ਨਹੀਂ ਮਿਲਿਆ। ਔਰ ਮੀਡੀਆ ਦੇ ਔਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰੋਂਦੇ ਹੈ, ਪੈਸੇ ਤਾਂ ਹੈ ਨਹੀਂ ਸਾਡੇ ਕੋਲ, ਪੈਸੇ ਨਹੀਂ ਦਿੱਤੇ ਨਹੀਂ ਹੈਗੇ। ਉਹ ਕਹਿੰਦੇ ਆ ਵੀ ਅਸੀਂ 20 ਸਾਲ ਦੇ ਬਾਅਦ, ਕੋਈ ਕਹਿੰਦਾ ਮੈਂ ਓਨੈਸਟੀ ਨਾਲ ਬਹੁਤ ਕੰਮ ਕੀਤਾ, ਮੇਰੇ ਉੱਤੇ ਕੋਈ ਚਾਰਜ ਲਾ ਕੇ ਦਿਖਾ ਲਓ, ਮੈਨੂੰ ਕਿਉਂ ਨਹੀਂ ਟਿਕਟ ਦਿੱਤਾ। ਇਹਦੇ ਨਾਲ ਨਾਲ ਦੇਖੋ ਇੱਕ ਪਰਿਵਾਰਵਾਦ ਵੀ ਵਧਿਆ ਆ, ਆਪਣੇ ਪਰਿਵਾਰ ਨੂੰ ਭੈਣ ਭਾਈ ਚਾਚਾ ਤਾਇਆ ਹੋਰ ਦੂਜਾ ਤੀਜਾ ਇਹਨਾਂ ਨੂੰ ਵੀ ਲਈ ਜਾਂਦੇ ਹੈਗੇ ਆ। ਤੋ ਪਰਿਵਾਰ, ਇਹ ਜਿਹੜੀਆਂ ਪੈਸੇ ਦਾ ਰੋਲ ਆ, ਇਹ ਤਾਂ ਬਹੁਤ ਹੀ ਅਹਿਮ ਰੋਲ ਆ। ਇਹਦੇ ਨਾਲ ਹੀ ਨਾਲ ਜਿਹੜੀ ਮੈਂ ਗੱਲ ਇੱਕ ਹੋਰ ਕਰਨੀ ਇਸੇ ਸੰਦਰਭ ਦੇ ਵਿੱਚ, ਮੈਂ ਇਹ ਚਾਹੁੰਦਾ ਕਿ ਪੈਸੇ ਦਾ ਰੋਲ ਤਾਂ ਠੀਕ ਆ, ਪੈਸੇ ਲੋਕ ਦਿੰਦੇ ਆ, ਟਿਕਟਾਂ ਲੈ ਲੈਂਦੇ, ਗੱਲ ਕਰਨ, ਕੋਈ ਜਿੱਤ ਜਾਂਦਾ ਕੋਈ ਹਾਰ ਜਾਂਦਾ, ਵੱਖਰੀ ਗੱਲ ਆ। ਈਵਨ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੂੰ ਪੈਸੇ ਜਿਹੜਾ ਕਾਰਪੋਰੇਟ ਹਾਊਸ ਦਿੰਦਾ ਆ ਜੀ, ਵੱਧ ਕਿਸਮ ਚੀਜ਼ਾਂ ਉੱਥੇ ਆ। ਜੇ ਕਾਰਪੋਰੇਟ ਹਾਊਸ ਪੈਸੇ ਦਿੰਦਾ ਹੈ, ਹੁਣ ਆਪਾਂ ਦੇਖਦੇ ਹਾਂ, ਸਪੋਜ਼ ਕਰੋ ਬੀਜੇਪੀ ਆ, ਬੀਜੇਪੀ ਦਾ ਇੰਨਾ ਉਹ ਪੈਸੇ ਹੈਗੇ, ਇਹਦੇ ਕੋਲ 2000 ਕਰੋੜ ਰੁਪਇਆ ਹੈਗਾ, ਕਾਂਗਰਸ ਕੋਲ 3000 ਹੈਗਾ, ਜਾਂ ਅਕਾਲੀਆਂ ਕੋਲ 500 ਹੈਗਾ, ਜਿੰਨਾ ਵੀ ਹੈਗਾ। ਆਫਟਰ ਆਲ ਕਾਰਪੋਰੇਟ ਹਾਊਸਸ ਇਹਨਾਂ ਨੂੰ ਦਿੰਦਾ ਪੈਸੇ, ਔਰ ਕਾਰਪੋਰੇਟ ਹਾਊਸ ਇਹਨਾਂ ਦੇ ਬਦਲੇ ਦੇ ਵਿੱਚ ਪਾਲਿਸੀਆਂ ਬਣਾਉਂਦਾ ਹੈ, ਜਿਹੜੀਆਂ ਪਾਲਿਸੀਆਂ ਇਹਨਾਂ ਦੇ ਬਦਲੇ ਦੇ ਵਿੱਚ ਬਣਾ ਕੇ ਔਰ ਲੋਕਾਂ ਨੂੰ ਐਂਟੀ ਪੀਪਲ ਬਣਦੀਆਂ। ਉਹ ਜਿਹੜੀ ਤੁਸੀਂ ਉਹ ਗੱਲ ਕੀਤੀ ਆ ਵੀ ਇਨਇਕੁਅਲਿਟੀ ਦੀ, ਉਹ ਇਨਇਕੁਅਲਿਟੀ ਹੋਰ ਵੱਧਦੀ ਉਹਦੇ ਨਾਲ, ਕਿਉਂਕਿ ਉਹ ਅਮੀਰ ਲੋਕ ਜਿਹੜੇ ਆ ਪ੍ਰੋਫਿਟ ਦੇ ਸਿਰ ਤੇ, ਹੁਣੇ 2 ਰਿਪੋਰਟਸ ਆਈਆਂ ਸੀ, 2 ਰਿਪੋਰਟ ਪੜ੍ਹੀਆਂ ਆ, ਆਕਸਫੋਰਡ ਦੀ ਰਿਪੋਰਟ ਆ, ਇੱਕ ਫਰਾਂਸ ਦੀ ਰਿਪੋਰਟ ਆ, ਉਹਦੇ ਵਿੱਚ ਕਿੰਨੀ ਇਨਇਕੁਅਲਿਟੀ ਦੱਸੀ ਆ ਸਾਡੇ ਮੁਲਕ ਦੇ ਵਿੱਚ, ਔਰ ਪੰਜਾਬ ਵੀ ਉਹ ਤੋਂ ਐਕਸੈਪਸ਼ਨ ਨਹੀਂ ਹੈਗਾ। ਸੋ ਇਨਇਕੁਅਲਿਟੀ ਉਹ ਵਧਾਉਂਦੀਆਂ ਆ, ਇਹ ਪਾਲਿਸੀਆਂ ਵਧਾਉਂਦੀਆਂ ਆ, ਜਿਹੜੀਆਂ ਇਸ ਵੇਲੇ ਇਲੈਕਸ਼ਨ ਵੇਲੇ ਪਾਲਿਸੀ ਬਣਦੀ ਆ, ਪਾਲਿਸੀਆਂ ਵਧਾਉਣੀਆਂ। ਇਨਇਕੁਅਲਿਟੀ ਦੀ ਗੱਲ ਚਾਹੀਦਾ ਕੀ ਆ, ਅਸੀਂ ਇਹ ਵੀ ਤਾਂ ਦੇਖੀਏ, ਜੇ ਅਸੀਂ ਪ੍ਰੋਬਲਮ ਡਿਸਕਸ ਕਰਦੇ ਹਾਂ, ਉਹਦਾ ਸੋਲੂਸ਼ਨ ਵੀ ਸਾਨੂੰ ਚਾਹੀਦਾ। ਜਿਹੜੀ ਵੀ ਸਰਕਾਰ ਆਵੇ ਖੰਨਾ ਸਾਹਿਬ, ਮੇਰੀ ਸਬਮਿਸ਼ਨ ਇਹ ਆ, ਕੋਈ ਆਵੇ, ਬੀਜੇਪੀ ਦੀ ਆਵੇ, ਕਾਂਗਰਸ ਦੀ ਆਵੇ, ਅਕਾਲੀਆਂ ਦੀ ਆਵੇ, ਫਾਰਮਰਸ ਦੀ ਆਵੇ, ਕੋਈ ਆਵੇ, ਸਾਡੇ ਮੁਲਕ ਦੇ ਵਿੱਚ ਟੈਲੈਂਟਡ ਦੀ ਘਾਟ ਨਹੀਂ ਹੈ। ਟੈਲੈਂਟ ਇੰਨਾ ਅਸੀਂ ਦੇਖੋ, ਬਾਹਰਲੇ ਲੋਕਾਂ ਨੂੰ ਜਾ ਕੇ ਪਾਲਿਸੀਆਂ, ਆਪਾਂ ਦੇਖਿਆ ਨਾ, ਬਾਹਰਲੇ ਲੋਕਾਂ ਦੇ ਵਿੱਚ ਜਾ ਕੇ ਸਾਡੇ ਪਾਰਲੀਮੈਂਟੇਰੀਅਨ ਜਿਹੜੇ ਆ, ਕੋਈ ਪਾਰਲੀਮੈਂਟ ਦੇ ਬੰਦੇ ਕੋਈ ਬੜੀਆਂ ਪੋਸਟਾਂ ਲੈ ਕੇ ਬੈਠੇ ਬਾਹਰਲੇ ਮੁਲਕਾਂ ਦੇ ਵਿੱਚ, ਸਾਡੇ ਮੁਲਕ ਦੇ ਵਿੱਚ ਅਸੀਂ ਕਿਉਂਕਿ ਅਸੀਂ ਉਹਨਾਂ ਦੀ ਵੈਲਿਊ ਨਹੀਂ ਪਾਉਂਦੇ ਹੈਗੇ। ਮੇਰੀ ਜਿਹੜੀ ਸਬਮਿਸ਼ਨ ਬਰੀਫ ਦੇ ਵਿੱਚ ਕਰਨ ਦੀ ਗੱਲ ਆ ਕਿ ਪੰਜਾਬ ਦਾ ਟੈਲੈਂਟ ਜਿਹੜਾ ਬਹੁਤ ਵੱਡਾ ਆ, ਇੱਥੇ ਬਹੁਤ ਵੱਡੇ ਇਕੋਨੋਮਿਸਟ ਬੈਠੇ ਆ, ਇੱਥੇ ਬਹੁਤ ਵੱਡੇ ਸਾਇੰਟਿਸਟ ਬੈਠੇ ਆ, ਜਿਹੜੇ ਬਾਹਰ ਜਾ ਕੇ ਸਰਵਿਸ ਕਰਦੇ ਆ। ਜਿਹੜੀ ਪੋਲੀਟੀਕਲ ਪਾਰਟੀ ਵੀ ਆਵੇ, ਉਹਨਾਂ ਨਾਲ ਕੰਸਲਟ ਕਰੇ, ਕੋਈ ਪੋਲੀਟੀਕਲ ਪਾਰਟੀ ਆ ਉਹਨਾਂ ਦੇ ਨਾਲ ਕੰਸਲਟ ਕਰੇ, ਕੀ ਪਾਲਿਸੀ ਚਾਹੀਦੀ ਆ, ਕੀ ਲੋਕਾਂ ਦੇ ਹਿੱਤ ਚਾਹੀਦੀ ਹੈ, ਕਿੱਦਾਂ ਅਸੀਂ ਟੈਕਸ ਫਰੇਮ ਨੂੰ ਠੀਕ ਕਰਨਾ, ਕਿੱਦਾਂ ਲਾਉਣਾ, ਕਿੱਦਾਂ ਕੱਢਣਾ ਪਾਉਣਾ, ਜੋ ਵੀ ਮਤਲਬ ਹੋਵੇ ਇੱਥੇ, ਉਸ ਪਾਰਟੀ ਨੂੰ ਐਕਸਪਰਟ, ਜਿਹੜੇ ਪੰਜਾਬ ਦੇ ਐਕਸਪਰਟਸ ਹੈਗੇ ਆ, ਉਹਨਾਂ ਨੂੰ ਕੰਸਲਟੇਸ਼ਨ ਕਰਕੇ ਫਿਰ ਪਾਲਿਸੀ ਬਣਾਉਣੀ ਚਾਹੀਦੀ ਆ। ਨਹੀਂ ਤਾਂ ਇਹ ਇਨਇਕੁਅਲਿਟੀ ਤਾਂ ਵੱਧਦੀ ਰਹਿਣੀ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ, ਇਨਇਕੁਅਲਿਟੀ ਤਾਂ ਵੱਧਦੀ ਰਹਿਣੀ। ਜੀ ਸਰ, ਆਪਾਂ ਦੇਖਦੇ ਹਾਂ ਕਿ ਜਦੋਂ ਪੋਲੀਟਿਕਸ ਦੇ ਵਿੱਚ ਐਂਟਰੀ ਇੰਨੀ ਮਹਿੰਗੀ ਆ, ਕਰੋੜਾਂ ਰੁਪਏ ਖਰਚ ਕਰਕੇ ਤੁਸੀਂ ਨੇਤਾ ਬਣਦੇ ਹੋ, ਤਾਂ ਜਾ ਕੇ ਇਲੈਕਸ਼ਨਸ ਕੰਟੈਸਟ ਕਰਦੇ ਹੋ, ਫਿਰ ਤੁਸੀਂ ਨੇਤਾ ਹੋ ਕੇ ਦਿਆਲੂ ਕਿਵੇਂ ਹੋ ਸਕਦੇ ਹੋ? ਤੁਸੀਂ ਕਰੂਅਲ ਹੀ ਹੋਵੋਗੇ, ਕਿਉਂਕਿ ਤੁਸੀਂ ਉਹ ਪੈਸੇ ਵੀ ਤਾਂ ਪੂਰੇ ਕਰਨੇ ਨੇ ਨਾ, ਜਿਹੜੇ ਕਰੋੜਾਂ ਰੁਪਏ ਤੁਸੀਂ ਖਰਚੇ ਨੇ ਆਪਣੇ ਆਪ ਨੂੰ ਸੱਤਾ ਵਿੱਚ ਲਿਆਉਣ ਵਾਸਤੇ, ਆਪਣੇ ਆਪ ਨੂੰ ਪਾਵਰ ਵਿੱਚ ਲਿਆਉਣ ਵਾਸਤੇ। ਜੋ ਕਾਰਪੋਰੇਟ ਹਾਊਸਿਸ ਨੇ ਵੀ ਦਿੱਤੇ ਨੇ ਤੇ ਉਹਨਾਂ ਨੇ ਵੀ ਉਹ ਫਾਇਦਾ ਲੈਣਾ, ਉਹ ਪੈਸੇ ਪੂਰੇ ਕਿੱਥੋਂ ਕਰਨੇ ਨੇ? ਫਿਰ ਆ ਕੇ ਉਹੀ ਪਬਲਿਕ ਮਨੀ ਦੀ ਗੱਲ ਹੋ ਜਾਏਗੀ, ਫਿਰ ਆ ਕੇ ਉਹੀ ਜੋ ਟੈਕਸ ਪੇਅਰਸ ਦੀ ਮਨੀ ਹੈ ਉਹਦੇ ਵਿੱਚ ਹੀ ਘਪਲੇ ਹੁੰਦੇ ਨੇ ਤੇ ਇਹ ਘਾਟੇ ਸਾਰੇ ਪੂਰੇ ਕੀਤੇ ਜਾਂਦੇ ਨੇ। ਸੋ ਸਰ, ਕਈ ਵਾਰ ਇਹ ਮਹਿਸੂਸ ਹੁੰਦਾ, ਫੀਲਿੰਗ ਆਉਂਦੀ ਕਿ ਸਭ ਕੁਝ ਖੋਖਲਾ ਹੋ ਚੁੱਕਾ ਹੈ, ਤੇ ਅਸੀਂ ਕੀ ਡਿਸਕਸ ਕਰੀਏ, ਕਿਸ ਬਾਰੇ ਕੀ ਗੱਲ ਕਰੀਏ, ਇਸ ਖੋਖਲੇ ਸਿਸਟਮ ਨੂੰ ਕਿਵੇਂ ਬਦਲਣਾ ਹੈ, ਕਿਉਂਕਿ ਗੱਲ ਫਿਰ ਸਿਸਟਮ ਤੇ ਹੀ ਆ ਗਈ। ਬਿਲਕੁਲ ਠੀਕ ਹੈ ਜੀ, ਸਿਸਟਮ ਨੂੰ ਹੀ ਚੇਂਜ ਕਰਨਾ ਪੈਣਾ ਹੈ। ਸਿਸਟਮ ਜਿਹੜਾ ਚੇਂਜ ਹੈ ਲੋਕ ਕਰਦੇ, ਪੋਲੀਟੀਕਲ ਪਾਰਟੀਆਂ ਨਹੀਂ ਕਰਦੀਆਂ ਹੈ। ਲੋਕਾਂ ਦੇ ਵਿੱਚ ਇਸ ਵੇਲੇ ਜਿਹੜੀ ਆ ਅਵੇਅਰਨੈਸ ਦੀ ਬਹੁਤ ਘਾਟ ਹੈ। ਲੋਕ
ਕਈ ਵਾਰੀ ਤਾਂ ਦੇਖੋ ਸਾਡਾ ਜਿਹੜਾ ਇੰਨੇ ਕੁ ਲੋਕ ਆ ਬਹੁਤ ਸਾਰੇ ਪੜ੍ਹੇ ਲਿਖੇ ਸਮਝਦੇ ਨਹੀਂ ਹੈਗੇ ਗੱਲ ਨੂੰ। ਵੀ ਅੱਜ ਜਸਟ ਫॉर ਐਗਜ਼ਾਮਪਲ ਸੇਕ ਅੱਜ ਕ੍ਰਿਪਟੋ ਕਰੰਸੀ ਆ ਗਈ ਆ ਵਰਲਡ ਓਵਰ। ਕ੍ਰਿਪਟੋ ਕਰੰਸੀ ਦਾ ਕਿੰਨੇ ਲੋਕਾਂ ਨੂੰ ਪੜ੍ਹਿਆਂ ਲਿਖਿਆਂ ਨੂੰ ਕਿੰਨਾ ਪਤਾ ਹੈ। ਆਪਾਂ ਸਿਸਟਮ ਦੀ ਗੱਲ ਕਰ ਰਹੇ ਹਾਂ। ਸਿਸਟਮ ਦੇ ਬਾਰੇ ਮੈਂ ਪਹਿਲਾਂ ਵੀ ਅਰਜ਼ ਕੀਤੀ ਆ ਕਿ ਸਿਸਟਮ ਅੱਜ ਜਿਹੜਾ ਆ ਸਾਡੇ ਉੱਤੇ ਕੈਪੀਟਲਿਸਟ ਸਿਸਟਮ ਬਹੁਤ ਭਾਰੂ ਹੈਗਾ ਆ। ਇਹਨੂੰ ਚੇਂਜ ਕਰਨ ਦੀ ਜ਼ਰੂਰਤ ਹੈ। ਇਹਨੂੰ ਚੇਂਜ ਪੋਲੀਟੀਕਲ ਪਾਰਟੀਆਂ ਨਾਅਰਿਆਂ ਨਾਲ ਨਹੀਂ ਕਰ ਸਕਦੀਆਂ। ਜਿਹੜੇ ਲੋਕ ਆ ਉਹ ਸਮਝ ਕੇ ਕਰਨਗੇ। ਜੇ ਲੋਕਾਂ ਤੱਕ ਸਮਝ ਜਾਵੇ ਇਹ ਵੀ ਆਹ ਸਿਸਟਮ ਆ ਜਿਹਦੇ ਨਾਲ ਟੈਕਸ ਵੀ ਲੱਗਦੇ ਆ, ਜਿਹਦੇ ਨਾਲ ਬੇਰੁਜ਼ਗਾਰੀ ਹੋ ਗਈ ਆ, ਜਿਹਦੇ ਨਾਲ ਭੁੱਖਮਰੀ ਹੋ ਗਈ ਆ, ਉਹ ਫਿਰ ਹਰ ਰੋਜ਼ ਆਪਾਂ ਇਹ ਵੀ ਤਾਂ ਦੇਖੀਏ ਇਸ ਸਿਸਟਮ ਦੇ ਤਹਿਤ। ਦੇਖੋ ਇੱਕ ਗੱਲ ਮੈਂ ਹੋਰ ਕਹਿੰਦੇ ਆ ਕਿਉਂਕਿ ਗੱਲਾਂ ਤਾਂ ਕਈ ਕਰਨ ਵਾਲੀਆਂ ਹੁੰਦੀਆਂ ਆ, ਟਾਈਮ ਘੱਟ ਹੁੰਦਾ। ਸਿਸਟਮ ਦੇ ਵਿੱਚ ਕੀ ਆ, ਸਾਡੇ ਮੁਲਕ ਦੇ ਵਿੱਚ FCI ਨੇ ਇੰਨਾ ਅਨਾਜ ਭਰਿਆ, ਲੇਕਿਨ ਸਿਸਟਮ ਕੀ ਆ, ਸਿਸਟਮ ਉਹ ਅਨਾਜ ਲੋਕਾਂ ਤੱਕ ਨਹੀਂ ਪਹੁੰਚਾਉਂਦਾ। ਇਹ ਸਿਸਟਮ ਅੱਜ ਭੁੱਖ ਨਾਲ ਲੋਕ ਮਰ ਰਹੇ। ਇਹ ਸਿਸਟਮ ਆ ਭੁੱਖ ਨਾਲ ਲੋਕ ਮਰ ਰਹੇ ਆ। ਉਹ ਵੱਖਰੀ ਗੱਲ ਹੈ ਕਿ ਸਾਡੇ ਕੋਲ ਮੀਡੀਆ ਦੇ ਵਿੱਚ ਰਿਪੋਰਟਾਂ ਨਹੀਂ ਆਉਂਦੀਆਂ। ਵਰਲਡ ਰਿਪੋਰਟ ਦਿੰਦੀ ਆ, ਵਰਲਡ ਹੰਗਰ ਰਿਪੋਰਟ ਨੇ ਸਾਡੀ ਦਿੱਤੀ ਆ, ਜਿੱਥੇ ਸਾਡਾ ਜਿਹੜਾ ਗ੍ਰਾਫ ਆ ਬੜਾ ਥੱਲੇ ਤੱਕ ਚਲੇ ਗਿਆ। ਸੋ ਇਸ ਕਰਕੇ ਜਿਹੜਾ ਸਿਸਟਮ ਆ, ਸਿਸਟਮ ਦੀ ਜੋ ਦੇਣ ਆ ਇਹ ਸਾਡੀਆਂ ਕ੍ਰਾਈਸਿਸ ਜਿਹੜਾ ਆ ਇਹ ਸਿਸਟਮ ਦਾ ਹੀ ਕ੍ਰਾਈਸਿਸ ਹੈਗਾ। ਪਰ ਇਹ ਪੋਲੀਟੀਕਲ ਪਾਰਟੀਆਂ ਉਹਦੇ ਵੱਲ ਧਿਆਨ ਨਹੀਂ ਹੈਗਾ। ਇਹ ਤਾਂ ਲਾਫੀ ਦੀ ਗੱਲ ਕਰਦੇ ਆ ਵੀ ਸਿਸਟਮ, ਪਹਿਲਾਂ ਸਿਸਟਮ ਨੂੰ ਸਮਝਣਾ ਪੈਣਾ, ਸਿਸਟਮ ਕੀ ਹੈਗਾ ਆ, ਵੀ ਐਫਰਟਸ ਕਰਨੀਆਂ ਪੈਣੀਆਂ, ਲੋਕਾਂ ਦੇ ਵਿੱਚ ਅਵੇਅਰਨੈਸ ਲਿਆਉਣੀ ਪੈਣੀ ਆ ਵੀ ਇਹ ਸਿਸਟਮ ਨੂੰ ਚੇਂਜ ਕਰਨਾ। ਤੇ ਇਹ ਇਹਦੇ ਸਟੈਪਸ ਹੈਗੇ ਆ। ਅੱਜ ਜ਼ਰੂਰਤ ਇਸ ਚੀਜ਼ ਦੀ ਆ ਵੀ ਲੋਕਾਂ ਤੱਕ ਗੱਲ ਲਿਜਾਣੀ ਵੀ ਸਿਸਟਮ ਜਿਹੜੇ ਹੁਣ ਮੈਂ ਹੁਣ ਇੱਕ ਲਾਸਟ ਗੱਲ ਕਰੂੰਗਾ ਇਸ ਸਿਸਟਮ ਦੇ ਬਾਰੇ ਕਿ ਫਾਰਮਰਸ ਜਿਹੜੇ ਫਾਰਮਰਸ ਨੇ 1 ਸਾਲ ਸੰਘਰਸ਼ ਕੀਤਾ ਆ। ਅੱਜ ਉਹਨਾਂ ਨੂੰ ਜ਼ਰੂਰਤ ਹੈਗੀ ਆ ਇਸ ਸਿਸਟਮ, ਕਿਉਂਕਿ ਉਹਨਾਂ ਨੇ ਸਿਸਟਮ ਸਾਰਾ ਦੇਖਿਆ ਅੰਦਰੋਂ ਵੀ ਬਾਹਰੋਂ ਵੀ 1 ਸਾਲ ਸੰਘਰਸ਼ ਕਰਕੇ। ਅੱਜ ਉਹਨਾਂ ਨੂੰ ਜ਼ਰੂਰਤ ਇਸ ਚੀਜ਼ ਦੀ ਹੈਗੀ ਆ ਇਹ ਸਿਸਟਮ ਲੋਕਾਂ ਤੱਕ ਲਿਜਾਣ, ਥੱਲੇ ਤੱਕ ਲਿਜਾਣ। ਸਿਰਫ ਇਸ ਤੱਕ ਨਾ ਲਿਜਾਣ ਕਿ ਅਸੀਂ ਇਲੈਕਸ਼ਨ ਹੀ ਜਿੱਤਣੀ ਆ, ਇਹ ਇਲੈਕਸ਼ਨ ਤੱਕ ਹੀ ਇਹ ਸੰਭਵ ਹੈਗਾ ਸਭ ਕੁਝ। ਨਹੀਂ, ਇਲੈਕਸ਼ਨ ਤੱਕ ਸੰਭਵ ਨਹੀਂ ਹੈਗਾ। ਲੋਕਾਂ ਦੀ ਜਾਣਕਾਰੀ ਤੱਕ ਸੰਭਵ ਹੈਗਾ। ਜੇ ਲੋਕ ਸਮਝ ਗਏ, ਲੋਕ ਜਾਣਕਾਰ ਹੋ ਗਏ ਤਾਂ ਆਪਣੇ ਆਪ ਸਿਸਟਮ ਦੇ ਦੁਆਲੇ ਹੋਣਗੇ ਕਿ ਸਿਸਟਮ ਚੇਂਜ ਕਰਨ ਦੀ ਲੋਕ ਗੱਲ। जी सर, बहुत बहुत शुक्रिया। तुसी अपने ये विचार, अपनी ये खोज साडे नाल सांझी कीती। थैंक यू वेरी मच खोसला सर, थैंक यू वेरी मच। थैंक यू खन्ना जी, मेहरबानी जी। सो ईमानदार आदमी सिस्टम दे विच जिथे भी होए सिस्टम उन्होंने लभ लैंदा है, फिर अपने मुताबिक बनाना शुरू कर दिंदा है। तुसी सिस्टम नूं बदलना शुरू करोगे तो सिस्टम तुहानूं बदल दिंदा है। सो इस सिस्टम का इलाज की है, ये असी सारिਆਂ ने पंजाब के लोगों ने खुद सोचना है, खुद विचार करके अपनी वोटिंग करनी है कि ये सिस्टम जिसनों असी वाकई चेंज करना चाहुंदे हां इहनूं किवें चेंज करना है। सो असी परमात्मा अगे अरदास करते हैं कि परमात्मा सानू सारिਆਂ ਨੂੰ सुमत बख्शे और साडे नाल खड़ा रहे, साडी सारिਆਂ ਦੀ खैर होवे। सानू खुशी है कि तुसी पंजाब चर्चा का हिस्सा बने। होर अपडेट्स के लिए वेखते रहो पंजाब मेल USA TV। सत श्री अकाल जी।